हॉस्पिटल जी का डायलिसिस सेंटर क्यों शुरू किया गया तो तुसी ਇਹਦੇ ਕਿੰਨੇ ਚਾਰਜ ਕਰੋਗੇ ਸੰਗਤ ਤੋਂ? जो डायलिसिस होएगी ਉਹਦਾ कोई पैसा नहीं लगना। ਦਿੱਲੀ ਦੇ ਅੰਦਰ ਬਹੁਤ ਸਾਰੇ ਗੁਰਦੁਆਰੇ ਨੇ, ਸਿੰਘ ਸਭਾ ਗੁਰਦੁਆਰੇ ਨੇ, ਮੰਦਿਰ ਹੈਗੇ ਨੇ ਜਾਂ ਜੈਨ ਮੰਦਿਰ ਨੇ ਜਿਹੜੇ ਕਿ ਡਾਇਲਿਸਿਸ ਦੀ ਮਸ਼ੀਨਾਂ ਚਲਾਉਂਦੇ ਨੇ। ਇਹ ਦਿੱਲੀ ਗੁਰਦੁਆਰਾ ਕਮੇਟੀ ਆਪਣੇ ਫੰਡਸ ਤੋਂ ਚਲਾ ਰਹੀ ਹੈ ਜਾਂ ਕਿਸੇ ਪ੍ਰਾਈਵੇਟ NGO ਦੇ ਨਾਲ ਟਾਈ ਅਪ ਕਰਕੇ ਇਹਦਾ ਸ਼ੁਰੂਆਤ ਕੀਤੀ ਗਈ ਹੈ? ਜਿਹੜੇ ਇੱਥੇ ਹੁਣ ਸਟਾਫ ਰੱਖਣਗੇ ਤਨਖਾਹ ਵੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਗੁਰਦੁਆਰਾ ਕਮੇਟੀ ਕਾਲਜਸ ਵੀ ਚਲਾ ਰਹੀ ਹੈ, ਸਕੂਲ ਵੀ ਚਲਾ ਰਹੀ ਹੈ, ਹੋਰ ਇੰਸਟੀਚਿਊਟ ਵੀ ਚਲਾ ਰਹੀਆਂ ਨੇ, ਪਰ ਉਹਨਾਂ ਦੀ ਤਨਖਾਹ ਤੇ ਦਿੱਤੀ ਨਹੀਂ ਜਾ ਰਹੀ ਤੇ ਇਹ ਫ੍ਰੀ ਅੰਦਰ ਡਾਇਲਿਸਿਸ ਸੈਂਟਰ ਚੱਲੇਗਾ ਤੇ ਫਿਰ ਉਹਦਾ ਖਰਚਾ ਕਿਵੇਂ ਨਿਕਲੇਗਾ? ਤੁਹਾਡੀ ਵਿਰੋਧੀ ਪਾਰਟੀਆਂ ਇਹ ਤੁਹਾਡੇ ਤੇ ਇਲਜ਼ਾਮ ਲਗਾਤੀ ਨੇ ਤੁਸੀਂ ਇਸ ਕਰਕੇ ਨਹੀਂ ਲੜ ਰਹੇ ਕਿਉਂਕਿ ਤੁਸੀਂ ਇਹ ਹਸਪੀਟਲ ਦਾ ਕੰਮ ਰੁਕਵਾਤਾ ਹੈਗਾ ਤੇ ਤੁਸੀਂ ਸੰਗਤ ਦੇ ਅੱਗੇ ਕੀ ਮੂੰਹ ਲੈ ਕੇ ਜਾਓ? ਦਾ ਕਹਿਣਾ ਹੈਗਾ ਉਹ ਬੇਸਿਕਲੀ ਇੱਕ ਪ੍ਰੋਫੈਸ਼ਨਲ ਕੋਲੈਬੋਰੇਸ਼ਨ ਸੀ PPP ਮਾਡਲ ਦੇ ਅੰਦਰ, ਜਿਸ ਅੰਦਰ ਜਗ੍ਹਾ ਸਾਡੀ, ਓਨਰਸ਼ਿਪ ਰਾਈਟ ਸਾਡੇ, ਪਰ ਪੈਸਾ ਲੱਗਣਾ ਸੀ ਉਹਨਾਂ ਦਾ ਤੇ ਹਸਪੀਟਲ ਬਣ ਵੀ ਜਾਂਦਾ ਤੇ ਬੱਚਿਆਂ ਦਾ ਐਡਮਿਸ਼ਨ ਵੀ ਹੋ ਜਾਣਾ ਸੀ। ਹਰ ਹਸਪੀਟਲ ਦੇ ਸਾਹਮਣੇ ਬੇਸਿਕਲੀ ਇੱਕ ਟਰਾਮਾ ਸੈਂਟਰ ਜਾਂ ਫਿਰ ਐਮਰਜੈਂਸੀ ਹੁੰਦਾ ਹੈਗਾ। ਤੁਹਾਨੂੰ ਨਹੀਂ ਲੱਗਦਾ ਕਿ ਜਿੱਥੇ ਤੁਹਾਡਾ ਟਰਾਮਾ ਸੈਂਟਰ ਜਾਂ ਐਮਰਜੈਂਸੀ ਵਾਰਡ ਹੋਣਾ ਚਾਹੀਦਾ ਸੀ ਤੁਸੀਂ ਉੱਥੇ ਡਾਇਲਿਸਿਸ ਸੈਂਟਰ ਖੋਲ੍ਹਤਾ ਹੈਗਾ? ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਹਾਂ ਸੁਪ੍ਰੀਤ ਸਿੰਘ, ਇੱਕ ਵਾਰ ਫਿਰ ਹਾਜ਼ਰ ਹਾਂ ਤੁਹਾਡੇ ਸਾਹਮਣੇ ਬਾਲਾ ਸਾਹਿਬ ਹਸਪੀਟਲ ਦੇ ਮੁੱਦੇ ਨੂੰ ਲੈ ਕੇ। ਮੈਂ ਇੱਕ ਸੋਸ਼ਲ ਮੀਡੀਆ ਐਕਟਿਵਿਸਟ ਹਾਂ ਜਿਹੜਾ ਕਿ ਦਿੱਲੀ ਕਮੇਟੀ ਵੱਲੋਂ ਜਿਹੜਾ ਬਾਲਾ ਸਾਹਿਬ ਹਸਪੀਟਲ ਸ਼ੁਰੂ ਹੋਣਾ ਸੀ ਉਹਦੇ ਮੁੱਦੇ ਨੂੰ ਟਾਈਮ ਟੂ ਟਾਈਮ ਸੋਸ਼ਲ ਮੀਡੀਆ 'ਤੇ ਚੁੱਕਦਾ ਰਿਹਾ ਹਾਂ। ਅੱਜ ਅਸੀਂ ਹੈਗੇ ਹਾਂ ਜਿਹੜਾ ਬਾਲਾ ਸਾਹਿਬ ਡਾਇਲਿਸਿਸ ਸੈਂਟਰ ਸ਼ੁਰੂ ਹੋਣ ਜਾ ਰਿਹਾ ਹੈ, ਉਹਦੇ ਲਈ ਅਸੀਂ ਗੱਲਬਾਤ ਕਰਾਂਗੇ ਕੁਲਦੀਪ ਸਿੰਘ ਭੋਗਲ ਜੀ ਦੇ ਨਾਲ, ਜਿਨ੍ਹਾਂ ਨੇ ਇਸ ਮੁੱਦੇ ਨੂੰ ਲੈ ਕੇ ਬੜੀ ਲੰਬੀ ਲੜਾਈ ਲੜੀ ਹੈ। ਆਓ ਜੀ ਸ਼ੁਰੂਆਤ ਕਰਦੇ ਹਾਂ ਅਸੀਂ ਇੰਟਰਵਿਊ ਦੀ। ਭੋਗਲ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲੇ ਭੋਗਲ ਸਾਹਿਬ, ਤੁਹਾਨੂੰ ਸੰਗਤਾਂ ਵੱਲੋਂ ਬਹੁਤ-ਬਹੁਤ ਧੰਨਵਾਦ। ਤੁਸੀਂ ਇਸ ਹਸਪੀਟਲ ਦੇ ਮੁੱਦੇ ਨੂੰ ਬੜੇ ਲੰਬਾ ਟਾਈਮ ਤੱਕ ਲੜਿਆ ਹੈ ਤੇ ਜਿਸ ਤਰ੍ਹਾਂ ਦਿੱਲੀ ਗੁਰਦੁਆਰਾ ਕਮੇਟੀ ਨੇ ਪ੍ਰੋਮਿਸ ਕੀਤਾ ਸੀ ਹਸਪੀਟਲ ਨੂੰ 550 ਬੈੱਡਸ ਵਾਲੇ ਹਸਪੀਟਲ ਨੂੰ ਚਲਾਉਣ ਦਾ, ਉਹਦੀ ਪਹਿਲੀ ਕੜੀ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਇੱਕ ਡਾਇਲਿਸਿਸ ਸੈਂਟਰ ਨੂੰ ਲੈ ਕੇ, ਠੀਕ ਹੈ ਜੀ। ਪਰ ਜਿਸ ਤਰੀਕੇ ਨਾਲ ਅਸੀਂ ਦੇਖਿਆ ਕਿ ਸੰਗਤ ਜੀ ਇਹ ਬਹੁਤ ਅੱਛਾ ਇੱਕ ਇਨੀਸ਼ੀਏਟਿਵ ਲਿਆ ਜਾ ਰਿਹਾ, ਪਰ ਇਹਦੇ ਨਾਲ ਇੱਕ ਵਾਦ ਵਿਵਾਦ ਸ਼ੁਰੂ ਹੋ ਚੁੱਕਿਆ ਹੈਗਾ। ਉਹ ਵਾਦ ਵਿਵਾਦ ਕੀ ਹੈਗਾ, ਉਹਦੇ ਲਈ ਕੀ ਕਨਫਿਊਜ਼ਨਸ ਹੈਗੇ ਨੇ, ਭੋਗਲ ਸਾਹਿਬ ਇਹਦੇ ਵਾਸਤੇ ਸਾਨੂੰ ਥੋੜ੍ਹਾ ਕਲੈਰੀਫਾਈ ਕਰਨਗੇ। ਭੋਗਲ ਸਾਹਿਬ, ਸਭ ਤੋਂ ਪਹਿਲੇ ਦੱਸੋ ਕਿ ਇਹ ਜਿਹੜਾ ਡਾਇਲਿਸਿਸ ਸੈਂਟਰ ਹੈਗਾ, ਇਸ ਡਾਇਲਿਸਿਸ ਸੈਂਟਰ ਅੰਦਰ ਕਿੰਨੇ ਬੈੱਡਸ ਲੱਗੇ ਹੈਗੇ ਨੇ ਤੇ ਦਿੱਲੀ ਗੁਰਦੁਆਰਾ ਕਮੇਟੀ ਦਾ ਕੀ ਪਲੈਨਿੰਗ ਹੈਗੀ ਹੈ ਕਿ ਇਹਦੇ ਕਿੰਨੇ ਪੈਸੇ ਲਏ ਜਾਣਗੇ ਤੇ ਕੀ ਹਿਸਾਬ ਕਿਤਾਬ ਹੈ? ਦੇਖੋ, ਸਭ ਤੋਂ ਪਹਿਲੇ ਮੈਂ ਧੰਨਵਾਦ ਕਰਦਾ ਦਿੱਲੀ ਦੀ ਸਮੂਹ ਸੰਗਤ ਦਾ, ਇਲਾਕੇ ਦੀ ਸਮੂਹ ਸੰਗਤ ਦਾ, ਔਰ ਨਾਲ ਬਾਬਾ ਹਰਬੰਸ ਸਿੰਘ ਜੀ ਦੁਆਰਾ ਦਰਸਾਏ ਗਏ ਬਾਬਾ ਬਚਨ ਸਿੰਘ ਜੀ, ਬਾਬਾ ਰਵੀ ਜੀ, ਜਿਨ੍ਹਾਂ ਨੇ 13 ਜਨਵਰੀ 2020 ਨੂੰ ਇਹਦਾ ਕੰਮ ਸ਼ੁਰੂ ਕੀਤਾ। ਅਰਦਾਸ ਕੀਤੀ ਗਈ ਗੁਰਦੁਆਰਾ ਰਕਾਬਗੰਜ ਦੇ ਵਿੱਚ, ਅਰਦਾਸ ਕੀਤੀ ਗਈ ਬਾਲਾ ਸਾਹਿਬ ਦੇ ਵਿੱਚ ਕਿ ਇਹ ਹਸਪੀਟਲ ਅਸੀਂ ਬਾਬਾ ਜੀ ਤੁਸੀਂ ਚਾਲੂ ਕਰਨਾ ਹੈ। ਮਗਰ ਅਫਸੋਸ ਦੀ ਗੱਲ ਉਹ ਕਰੋਨਾ ਆ ਗਿਆ। ਕਰੋਨਾ ਦੀ ਵਜ੍ਹਾ ਨਾਲ ਇਹ ਹਸਪੀਟਲ ਜੋ ਹੈ ਕੰਮਕਾਜ ਦਾ ਬੰਦ ਹੋ ਗਿਆ। ਫਿਰ ਬਾਬਾ ਜੀ ਨੇ ਇਹ ਕੰਮ ਸ਼ੁਰੂ ਕੀਤਾ। ਭੋਗਲ ਸਾਹਿਬ, ਇੱਥੇ ਮੈਂ ਤੁਹਾਨੂੰ ਰੋਕਣਾ ਚਾਹਾਂਗਾ, ਗੱਲ ਸਾਡੀ ਸਿਰਫ ਡਾਇਲਿਸਿਸ ਸੈਂਟਰ ਦੀ ਹੈਗੀ ਹੈ। ਤੁਸੀਂ ਇਹ ਦੱਸੋ ਇਹ ਡਾਇਲਿਸਿਸ ਸੈਂਟਰ ਦਾ ਕੀ ਹਿਸਾਬ ਕਿਤਾਬ ਹੈ? ਇਹ ਹਸਪੀਟਲ ਜਿਹੜਾ ਡਾਇਲਿਸਿਸ ਸੈਂਟਰ ਕਿਉਂ ਸ਼ੁਰੂ ਕੀਤਾ ਗਿਆ ਤੇ ਤੁਸੀਂ ਇਹਦੇ ਕਿੰਨੇ ਚਾਰਜ ਕਰੋਗੇ ਸੰਗਤ ਤੋਂ? ਦੇਖੋ, ਸਭ ਤੋਂ ਪਹਿਲੇ ਮੈਂ ਦੱਸਾਂ, ਇਹ ਡਾਇਲਿਸਿਸ ਸੈਂਟਰ ਨਹੀਂ ਹੈਗਾ, ਇਹ ਡਾਇਲਿਸਿਸ ਹਸਪੀਟਲ ਹੈ। ਤੁਸੀਂ ਸਾਹਮਣੇ ਜਿਹੜਾ ਉਹ ਲੱਗਾ ਪਿਆ ਨਾ, ਹਾਂ। ਦੂਸਰਾ ਇਹ ਹੈ, ਇਹਦਾ ਕੋਈ ਪੈਸਾ ਨਹੀਂ ਲੱਗੇਗਾ। ਜੋ ਡਾਇਲਿਸਿਸ ਹੋਏਗੀ ਉਹਦਾ ਕੋਈ ਪੈਸਾ ਨਹੀਂ ਲੱਗਣਾ ਹੈਗਾ। ਮਤਲਬ ਇਹ ਟੋਟਲ ਫ੍ਰੀ ਆਫ ਕਾਸਟ ਹੈਗਾ? ਹਾਂਜੀ ਹਾਂਜੀ ਹਾਂਜੀ, ਬਿਲਕੁਲ ਫ੍ਰੀ ਆਫ ਕਾਸਟ ਹੈਗਾ। ਇਹ ਇਸ ਵਜ੍ਹਾ ਨਾਲ ਹੈਗਾ ਕਿ ਅਸੀਂ ਇੱਥੇ ਆਉਂਦੇ ਹਾਂ, ਭਾਵੇਂ ਬੰਗਲਾ ਸਾਹਿਬ ਹੈ ਭਾਵੇਂ ਬਾਲਾ ਸਾਹਿਬ ਹੈ, ਅਸੀਂ ਇੱਕੋ ਗੱਲ ਕਹਿੰਦੇ ਹਾਂ, ਸ਼੍ਰੀ ਹਰਿਕ੍ਰਿਸ਼ਨ ਤੇ ਆਈਏ
ਜਿਸ ਡਿੱਠੇ ਸਭ ਦੁੱਖ ਜਾਏ। ਇਹ ਹਸਪੀਟਲ ਕੱਲ੍ਹ ਚਾਲੂ ਹੋਣ ਜਾ ਰਿਹਾ। ਲੋਕਾਂ ਦੀਆਂ ਅਰਦਾਸਾਂ ਇਹਨੂੰ ਹਸਪਤਾਲ ਨੂੰ ਚਾਲੂ ਕਰ ਰਹੀਆਂ ਹਨ। ਖਾਸ ਤੌਰ 'ਤੇ ਬਾਬਾ ਬਚਨ ਸਿੰਘ ਜੀ ਨੇ ਇਸ ਦਾ ਪਹਿਲਾ ਜਿਹੜਾ ਯੂਨਿਟ ਹੈ ਉਹ ਸੰਗਤ ਨੂੰ ਕੱਲ੍ਹ ਸਮਰਪਿਤ ਕਰਨਾ ਹੈ, ਔਰ ਨਾਲ ਹੀ ਇਸ ਵਿੰਗ ਦਾ ਨਾਮ ਵੀ ਬਾਬਾ ਹਰਬੰਸ ਸਿੰਘ ਜੀ ਦੇ ਨਾਂ ਦੇ ਉੱਤੇ ਰੱਖਿਆ ਗਿਆ ਹੈ। ਅੱਛਾ ਭੋਗਲ ਸਾਹਿਬ, ਇਹ ਗੱਲ ਦੱਸੋ, ਜਦ ਤੁਸੀਂ ਇਹ ਕਹਿ ਰਹੇ ਹੋ ਕਿ ਇਹ ਡਾਇਲਿਸਿਸ ਹਸਪੀਟਲ ਹੈਗਾ, ਜਨਰਲੀ ਜਿਹੜੇ ਡਾਇਲਿਸਿਸ ਹੁੰਦੇ ਨੇ ਉਹ ਸੈਂਟਰ ਦੀ ਤਰ੍ਹਾਂ ਚੱਲਦੇ ਹੈਗੇ ਨੇ। ਦਿੱਲੀ ਦੇ ਅੰਦਰ ਬਹੁਤ ਸਾਰੇ ਗੁਰਦੁਆਰੇ ਨੇ, ਸਿੰਘ ਸਭਾ ਗੁਰਦੁਆਰੇ ਨੇ, ਮੰਦਿਰ ਹੈਗੇ ਨੇ ਜਾਂ ਜੈਨ ਮੰਦਿਰ ਨੇ ਜਿਹੜੇ ਕਿ ਡਾਇਲਿਸਿਸ ਦੀ ਮਸ਼ੀਨਾਂ ਚਲਾਉਂਦੇ ਨੇ। ਕਿਸੇ ਜਗ੍ਹਾ 5 ਨੇ, ਕਿਸੇ ਜਗ੍ਹਾ 10 ਨੇ, ਪਰ ਚੱਲ ਰਹੇ ਹੈਗੇ ਨੇ ਉਹ ਵੀ। ਦੇਖੋ ਅਸੀਂ 100 ਮਸ਼ੀਨਾਂ 100 ਬੈੱਡ ਜਿਹਦੇ 'ਚ 32 ਜਿਹੜੀਆਂ ਨੇ ਉਹ ਹੈਗੇ ਨੇ ਕੁਰਸੀਆਂ, ਔਰ ਨਾਲ ਉਹਦੇ ਹੈਗੇ ਨੇ ਇਹ ਆਪਣਾ ਕੀ ਕਹਿੰਦੇ ਨੇ ਸੌਣ ਵਾਲੇ ਬੈੱਡ। ਹੁਣ ਗੱਲ ਇਹ ਹੈਗੀ ਇਹ ਇੰਡੀਆ ਦਾ ਪਹਿਲਾ ਬਾਲਾ ਸਾਹਿਬ ਹਸਪੀਟਲ ਬਣਨ ਜਾ ਰਿਹਾ ਹੈ ਜਿਹਦੇ 'ਚ 100 ਮਸ਼ੀਨਾਂ ਡਾਇਲਸਿਸ ਦੀਆਂ ਔਰ 100 ਹੀ ਬੈੱਡ ਹੈਗਾ। ਔਰ ਵਾਹਿਗੁਰੂ ਨੇ ਕਿਰਪਾ ਕੀਤੀ ਉਸ ਗੁਰੂ ਹਰਕ੍ਰਿਸ਼ਨ ਮਹਾਰਾਜ ਦੇ ਮੈਂ ਕੋਟ ਧੰਨਵਾਦ ਕਰਦਾ ਹਾਂ। ਬਾਬਾ ਜੀ ਹੁਣ ਜਿਹੜਾ ਅਗਲਾ ਪੋਸ਼ਨ ਹੈਗਾ ਉਹ ਗੁਰੂ ਮਹਾਰਾਜ ਕਿਰਪਾ ਕਰੇਗਾ, ਉਹ ਵੀ ਇਸ ਤੋਂ ਬਾਅਦ ਸ਼ੁਰੂ ਕਰਨਗੇ ਬਾਬਾ ਜੀ। ਹੁਣ ਮੈਂ ਉਹਨਾਂ ਲੋਕਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਜਿਹੜੇ ਲੋਕ ਇਸ ਟਾਈਮ, ਕੋਈ ਕਹਿੰਦਾ ਇਹ ਜੀ ਪੁਰਾਣੀਆਂ ਮਸ਼ੀਨਾਂ ਨੇ, ਕੋਈ ਕਹਿੰਦਾ ਜੀ ਇਹ ਸੈਂਟਰ ਹੈਗਾ, ਕੋਈ ਕਹਿੰਦਾ ਜੀ ਇਹ ਮਸ਼ੀਨਾਂ ਅੰਦਰ ਹੈ ਹੀ ਨਹੀਂ ਜੀ। 3-4 ਮਸ਼ੀਨਾਂ ਜਿਹੜੀਆਂ ਇੱਥੇ ਚੱਲਦੀਆਂ ਸੀ ਉਹ ਮਸ਼ੀਨਾਂ ਚੁੱਕ ਕੇ ਇੱਥੇ ਲੈਣ। ਮੇਰੀ ਹੱਥ ਜੋੜ ਕੇ ਬੇਨਤੀ ਹੈ ਖਾਲਸਾ ਜੀ, ਜਿਹੜੇ ਇਹ ਤੁਸੀਂ ਦੇਖ ਰਹੇ ਹੋ, ਰੱਬ ਦਾ ਵਾਸਤਾ ਹੈ, ਇਹ ਮੈਂ ਅੱਜ ਉੱਥੇ ਗੁਰਦੁਆਰੇ 'ਚ ਬਹਿ ਕੇ ਸੱਚਾਈ ਬੋਲ ਰਿਹਾ। ਮੈਨੂੰ ਅੱਜ 2.5 ਮਹੀਨੇ ਇੱਥੇ ਹੋ ਗਏ ਹਨ ਜੋ ਕੰਮ ਬਾਬਾ ਬਚਨ ਸਿੰਘ ਜੀ ਕਰਦੇ ਪਏ ਹਨ। ਇਹ ਜੋ ਹਸਪੀਟਲ ਹੈ 100 ਬੈੱਡ ਤੇ 100 ਹੀ ਮਸ਼ੀਨਾਂ ਇੱਥੇ ਆਈਆਂ ਹਨ। ਔਰ ਤੁਸੀਂ ਦੇਖੋਗੇ ਇਹ ਗੁਰੂ ਹਰਕ੍ਰਿਸ਼ਨ ਮਹਾਰਾਜ ਦੇ ਨਾਂ ਦੇ ਉੱਤੇ ਇਹ ਡਾਇਲਸਿਸ ਜੋ ਹਸਪੀਟਲ ਹੈ ਉਹ ਚਾਲੂ ਹੋਏਗਾ। ਕੱਲ੍ਹ ਹਜ਼ਾਰਾਂ ਦੀ ਤਾਦਾਦ ਵਿੱਚ ਲੋਕ ਇਹਨੂੰ ਦੇਖਣ ਆ ਰਹੇ ਹਨ ਔਰ ਦੇਖਣਗੇ ਕਿ ਬਾਬਾ ਬਚਨ ਸਿੰਘ ਦੇ ਗੁਰੂ ਹਰਕ੍ਰਿਸ਼ਨ ਮਹਾਰਾਜ ਦੇ ਦਰ ਦੇ ਸਾਹਮਣੇ ਇਹ ਜੋ ਤਿਰਵੈਣੀ ਜਿੱਥੇ ਮਾਤਾ ਸਾਹਿਬ ਕੌਰ, ਮਾਤਾ ਸੁੰਦਰ ਕੌਰ ਜੀ ਔਰ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਦਾ ਅੰਗੀਠਾ ਹੈ, ਉੱਥੇ ਹੀ ਲੋਕਾਂ ਦੇ ਦੁੱਖ ਜੋ ਹੈ ਉਹ ਦੂਰ ਹੋਣਗੇ। ਮੇਰੀ ਇਹੀ ਆਸ ਹੈਗੀ ਹੈ ਕਿ ਜਿਹੜੇ ਲੋਕ ਮੈਨੂੰ ਵੀ ਬਦਨਾਮ ਕਰਦੇ ਸੀ ਕਿ ਇਹ ਭੋਗਲ ਨੇ ਇਹ ਹਸਪੀਟਲ ਰੁਕਵਾਇਆ। ਚਲੋ ਭੋਗਲ ਸਾਹਿਬ, ਇੱਥੇ ਮੈਂ ਤੁਹਾਨੂੰ ਇੱਕ ਗੱਲ ਰੋਕਣਾ ਚਾਹਾਂਗਾ। ਲੋਕ ਤੇ ਤੁਹਾਡੇ ਤੋਂ ਜੈਲਸੀ ਕਰਨਗੇ, ਠੀਕ ਹੈ ਜੀ, ਪਰ ਗੱਲ ਇੱਥੇ ਆਉਂਦੀ ਹੈ ਤੁਸੀਂ ਬਾਰ-ਬਾਰ ਇਸ ਨੂੰ ਹਸਪੀਟਲ ਕਹੀ ਜਾ ਰਹੇ ਹੋ। ਹਸਪੀਟਲ ਦਾ ਮਤਲਬ ਹੁੰਦਾ ਜਿੱਥੇ ਓਪੀਡੀਜ਼ ਹੋਣ, ਬੰਦਿਆਂ ਨੂੰ ਹੋਰ ਵੀ ਦਵਾ ਦਾਰੂ ਮਿਲ ਸਕੇ, ਕੋਈ ਹੋਰ ਐਮਰਜੈਂਸੀ ਹੋ ਜਾਏ ਉਹਨੂੰ ਲਿਆਕਤ ਮਿਲ ਸਕੇ। ਇਹਦੇ ਉੱਤੇ ਪਹਿਲੇ ਗੱਲ ਕਰੋ ਕਿ ਇਹਦਾ ਅਰੇਂਜਮੈਂਟ ਕਿਸ ਤਰ੍ਹਾਂ ਹੋਏਗਾ। ਇਹਦਾ ਅਰੇਂਜਮੈਂਟ ਸਾਰਾ ਹੈ, ਅੰਦਰ ਡਾਕਟਰਾਂ ਦੀ ਟੀਮ ਹੈਗੀ ਹੈ, ਉਹਨਾਂ ਦੇ ਉਹ ਜਿਹੜੇ ਕਮਰੇ ਨੇ ਉਹ ਹੈਗੇ ਨੇ। ਉਸ ਤੋਂ ਬਾਅਦ ਸਾਡਾ 50 ਦਾ ਇਹ ਚੱਲ ਰਿਹਾ, ਇਹ ਜਿਹੜਾ ਨਾਲ ਵਾਲਾ ਗੁਰੂ ਹਰਕ੍ਰਿਸ਼ਨ ਹਸਪੀਟਲ ਚੱਲ ਰਿਹਾ ਹੈ। ਅਸੀਂ ਇਹਦੀਆਂ ਵੀ ਸੇਵਾਵਾਂ ਲੈ ਰਹੇ ਹਾਂ ਨਾਲ, ਕਿਉਂਕਿ ਉਹਦੇ 'ਚ ਡਾਕਟਰ ਉੱਥੇ ਹੈ, ਡਾਕਟਰ ਇੱਥੇ ਵੀ ਹੈਗੇ। ਬੇਸਿਕਲੀ ਇਹ ਇੱਕ ਡਿਸਟ੍ਰੀਬਿਊਟਿਡ ਮਾਡਲ ਦੀ ਤਰ੍ਹਾਂ ਕੰਮ ਕਰੇਗਾ। 50 ਬੈੱਡਸ ਦਾ ਹਸਪੀਟਲ ਔਰ ਛੋਟਾ ਯੂਨਿਟ ਚਲਾ ਰਹੀ ਹੈਗੀ ਹੈ, ਇੱਥੇ ਵੀ 100 ਬੈੱਡਸ ਦੇ ਹਸਪੀਟਲ ਹੈਗੇ ਨੇ ਤੇ ਇੱਕ ਡਿਸਟ੍ਰੀਬਿਊਟਿਡ ਯੂਨਿਟ ਦੀ ਤਰ੍ਹਾਂ ਕੰਮ ਕੀਤਾ ਜਾਏਗਾ। ਇਹ ਤੁਸੀਂ ਕਹਿ ਰਹੇ ਹੋ ਇੱਥੇ ਓਪੀਡੀਜ਼ ਵੀ ਹੈਗੀਆਂ ਨੇ, ਉੱਥੇ ਹਨ ਓਪੀਡੀ, ਇੱਥੇ ਵੀ ਓਪੀਡੀ। ਡਾਕਟਰ ਬਿਨਾ ਓਪੀਡੀ ਤੋਂ ਡਾਕਟਰ ਨੇ ਥੋੜ੍ਹਾ ਹੋਏਗਾ ਜੀ। ਇਹ ਤੇ ਅਸੀਂ ਇਹ ਚਾਹ ਰਹੇ ਹਾਂ ਕਿ ਉਹ ਵੀ ਹੈਗਾ, ਇਹ ਵੀ ਇਹ ਤੇ ਨਾਲ ਬਾਬਾ ਜੀ ਨੂੰ ਬੇਨਤੀ ਕੀਤੀ ਹੈ ਕਿ ਬਾਬਾ ਜੀ ਤੁਸੀਂ ਦੂਸਰਾ ਜਿਹੜਾ ਯੂਨਿਟ ਹੈ ਉਹਨੂੰ ਵੀ ਚਾਲੂ ਰੱਖੋ। ਭੋਗਲ ਸਾਹਿਬ, ਇਹ ਗੱਲ ਦੱਸੋ ਕਿ ਜਿਹੜਾ ਇਹ ਹਸਪੀਟਲ ਹੈਗਾ ਇਹ ਦਿੱਲੀ ਗੁਰਦੁਆਰਾ ਕਮੇਟੀ ਆਪਣੇ ਫੰਡਸ ਤੋਂ ਚਲਾ ਰਹੀ ਹੈ ਜਾਂ ਕਿਸੇ ਪ੍ਰਾਈਵੇਟ NGO ਦੇ ਨਾਲ ਟਾਈ ਅਪ ਕਰਕੇ ਇਹਦਾ ਸ਼ੁਰੂਆਤ ਕੀਤੀ ਗਈ ਹੈ? ਦੇਖੋ ਗੱਲ ਇੰਝ ਹੈ, ਇੱਕ ਹਫ਼ਤਾ ਪਹਿਲੇ ਇਹਨਾਂ ਨੇ ਐਡ ਦਿੱਤੀ ਹੈ ਅਖਬਾਰਾਂ ਦੇ ਵਿੱਚ, ਭਾਈ ਸਾਨੂੰ ਸਟਾਫ ਚਾਹੀਦਾ। ਬਾਬਾ ਹਰਬੰਸ ਸਿੰਘ ਜੀ ਦੇ ਦਰਸਾਏ ਬਾਬਾ ਬਚਨ ਸਿੰਘ ਜੀ ਬੈਠੇ ਨੇ, ਬਾਬਾ ਰਵੀ ਬੈਠੇ ਨੇ, ਉਹ ਬਣਾ ਰਹੇ ਨੇ। ਕਾਰ ਸੇਵਾ ਹੋ ਰਹੀ ਹੈ, ਲੋਕਾਂ ਨੇ ਕਾਰ ਸੇਵਾ ਕੀਤੀ ਇੱਥੇ ਆ ਕੇ। ਜਦ ਇਹ ਤਿਆਰ ਹੋਇਆ ਇੱਥੇ ਖੁਦ ਬੀਬੀ ਰਣਜੀਤ ਕੌਰ ਜਿਹੜੀ ਵਾਈਸ ਪ੍ਰੈਜ਼ੀਡੈਂਟ ਹੈ, ਸਰ ਮੁੱਦੇ ਦੀ ਗੱਲ ਤੇ ਆਉਂਦੇ ਕਿ ਕਾਰ ਸੇਵਾ ਦੀ ਗੱਲ ਕਰਦੇ ਪਿਆ ਨਾ ਜੀ, ਉਹਨਾਂ ਨੇ ਆਏ ਸਾਰ ਮਨਜਿੰਦਰ ਸਿੰਘ ਸਰਸਾ ਇੱਥੇ ਆ ਕੇ ਕਾਰ ਸੇਵਾ ਕਰਕੇ ਗਏ ਹਨ। ਬਾਬਾ ਜੀ ਬਾਹਰ ਬੈਠੇ ਨੇ ਹੈ ਜੀ, ਇਸ ਟਾਈਮ ਵੀ ਬੈਠੇ ਹੈਗੇ ਨੇ। ਬਾਬਾ ਬਚਨ ਸਿੰਘ ਜੀ ਵੀ ਆ ਰਹੇ ਨੇ। ਇਹ ਅਸੀਂ ਕਿਸੇ ਨੂੰ ਨਹੀਂ ਦਿੱਤਾ, ਇਹ ਜਿਹੜੇ ਭੁਲੇਖੇ ਪਾਏ ਜਾ ਰਹੇ ਨੇ ਇਹ ਤੁਹਾਨੂੰ ਕੱਲ੍ਹ ਤੋਂ ਬਾਅਦ ਪਤਾ ਚੱਲ ਜਾਣਗੇ। ਅਸੀਂ ਤੇ ਇੱਥੇ ਬਹਿ ਕੇ
ਅਸੀਂ ਜਿਹੜੀ ਗੱਲ ਬੋਲਾਂਗੇ ਸਹੀ ਬੋਲਾਂਗੇ। ਮੁੱਦੇ ਦੀ ਗੱਲ ਹੈਗੀ ਹੈ ਕਿ ਇਹ ਦਿੱਲੀ ਗੁਰਦੁਆਰਾ ਕਮੇਟੀ ਆਪਣੇ ਖਰਚੇ ਤੇ ਚਲਾ ਰਹੀ ਹੈ, ਕਿਸੇ ਪ੍ਰਾਈਵੇਟ ਐਨਜੀਓ ਦੇ ਨਾਲ ਟਾਈ ਅਪ ਨਹੀਂ ਕੀਤਾ ਗਿਆ ਹੈ ਜੀ। ਨਾ ਬਿਲਕੁਲ ਨਹੀਂ। ਤੁਸੀਂ ਦੇਖੋਗੇ ਤਨਖਾਹ ਵੀ ਜਿਹੜੀ ਹੈਗੀ ਏ, ਜਿਹੜੇ ਇੱਥੇ ਹੁਣ ਸਟਾਫ ਰੱਖਣਗੇ, ਤਨਖਾਹ ਵੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ। ਮੇਨ ਜਿਹੜੀ ਗੱਲ ਹੈ, ਇਹ ਬਾਬਾ ਜੀ ਕਾਰ ਸੇਵਾ ਕਰਦੇ ਪਏ ਆ। ਭੋਗਲ ਸਾਹਿਬ ਤੁਸੀਂ ਜੇ ਅਸੀਂ ਕਿਸੇ ਦੂਸਰੇ ਬੰਦੇ ਨੂੰ ਜੋ ਦਿੰਦੇ ਫਿਰ ਤੇ ਉਸੀ ਨੇ ਬਣਾਉਣਾ ਸੀ, ਇਹ ਤੇ ਬਾਬਾ ਜੀ ਬਣਾਉਂਦੇ ਪਏ। ਭੋਗਲ ਸਾਹਿਬ ਇੱਥੇ ਗੱਲ ਆਉਂਦੀ ਹੈ, ਤੁਸੀਂ ਤਨਖਾਹ ਦੀ ਗੱਲ ਕੀਤੀ ਕਿ ਦਿੱਲੀ ਗੁਰਦੁਆਰਾ ਕਮੇਟੀ ਇਹ ਜਿਹੜਾ ਡਾਇਲਿਸਿਸ ਸੈਂਟਰ ਹੈਗਾ, ਭੋਗਲ ਸਾਹਿਬ ਦਾ ਕਹਿਣਾ ਹੈ ਇਹ ਦਿੱਲੀ ਗੁਰਦੁਆਰਾ ਕਮੇਟੀ ਆਪਣੇ ਖਰਚੇ ਤੇ ਆਪ ਬਣਾ ਰਹੀ ਹੈ, ਆਪਣੇ ਫੰਡਸ ਤੋਂ ਤਿਆਰ ਕਰ ਰਹੀ ਹੈ। ਬਾਬਾ ਬਚਨ ਸਿੰਘ ਨੇ ਬਾਬਾ ਬਚਨ ਸਿੰਘ ਕਾਰ ਸੇਵਾ ਵਾਲੇ ਬਾਬਾ ਦੀ ਹੈਲਥ ਸਪੋਰਟ ਦੇ ਨਾਲ ਬਣਾ ਰਹੀ ਹੈਗੀ। ਇਹਨੂੰ ਕਿਸੇ ਪ੍ਰਾਈਵੇਟ ਕੰਪਨੀ ਦੇ ਨਾਲ ਟਾਈ ਅਪ ਨਹੀਂ ਕੀਤਾ ਗਿਆ ਤੇ ਜਿਹੜੀ ਸਟਾਫ ਦੀ ਸੈਲਰੀ ਹੋਏਗੀ ਉਹ ਵੀ ਦਿੱਲੀ ਗੁਰਦੁਆਰਾ ਕਮੇਟੀ ਦੇਗੀ। ਹੁਣ ਭੋਗਲ ਸਾਹਿਬ ਗੱਲ ਤੇ ਆਉਂਦੇ ਆ ਕਿ ਦਿੱਲੀ ਗੁਰਦੁਆਰਾ ਕਮੇਟੀ ਕਾਲਜਸ ਵੀ ਚਲਾ ਰਹੀ ਹੈ, ਸਕੂਲ ਵੀ ਚਲਾ ਰਹੀ ਹੈ, ਹੋਰ ਇੰਸਟੀਚਿਊਟਸ ਵੀ ਚਲਾ ਰਹੀਆਂ ਨੇ। ਸਰ ਇੱਕ ਮਿੰਟ ਮੇਰਾ ਸਵਾਲ ਪੂਰਾ ਹੋ ਜਾਣ ਦਿਓ। ਪਰ ਉਹਨਾਂ ਦੀ ਤਨਖਾਹ ਤੇ ਦਿੱਤੀ ਨਹੀਂ ਜਾ ਰਹੀ ਤੇ ਇਹ ਫ੍ਰੀ ਅੰਦਰ ਡਾਇਲਿਸਿਸ ਸੈਂਟਰ ਚੱਲੇਗਾ ਤੇ ਫਿਰ ਉਹਦਾ ਖਰਚਾ ਕਿਵੇਂ ਨਿਕਲੇਗਾ? ਨਹੀਂ, ਮੈਂ ਫਿਰ ਕਹਿੰਦਾ ਇਹ ਹਸਪੀਟਲ ਹੈਗਾ। ਆਪਾਂ ਅੱਜ ਗੱਲ ਕਰਦੇ ਪਏ ਹਾਂ ਹਸਪਤਾਲ ਦੀ। ਹਸਪਤਾਲ ਦੀ ਗੱਲ ਜਿਹੜੀ ਹੈਗੀ ਮੈਂ ਉਹੀ ਕਰਾਂਗਾ, ਸਕੂਲ ਦੀ, ਕਾਲਜ ਦੀ ਨਾ ਕਿ ਮੈਂ ਮੈਂਬਰ ਹੈਗਾ। ਨਹੀਂ, ਮੈਂ ਹਸਪੀਟਲ ਦੀ ਗੱਲ ਕਰ ਰਿਹਾ। ਡਾਇਲਿਸਿਸ ਸੈਂਟਰ ਜਾਂ ਗੁਰੂ ਮਹਾਰਾਜ ਦੇਖੋ, ਜਦ ਬਾਬਿਆਂ ਨੇ ਸੇਵਾ ਸ਼ੁਰੂ ਕੀਤੀ ਏ, ਲੋਕ ਵੀ ਧੰਨ ਹੋਏ, ਉਹਨਾਂ ਨੇ ਅਰਦਾਸਾਂ ਕੀਤੀਆਂ। ਇੱਥੇ ਬੇਅੰਤ ਲੋਕ ਹੈਗੇ ਨੇ ਜਿਹੜੇ ਕਹਿੰਦੇ ਜੀ ਅਸੀਂ ਇੱਥੇ ਇਹ ਕਰਾਂਗੇ, ਦਾਨ ਦੇਵਾਂਗੇ। ਅੱਗੇ ਮਸ਼ੀਨਾਂ ਦਾਨ ਨਹੀਂ ਦਿੱਤੀਆਂ ਨਾ, ਜਿਨ ਤੋਂ ਬੰਗਲਾ ਸਾਹਿਬ ਵਿੱਚ ਦਾਨ ਨਹੀਂ ਦਿੱਤੇ, ਇਹ ਵੀ ਮਸ਼ੀਨਾਂ ਕਿਸੇ ਨੇ ਦਿੱਤੀਆਂ। ਇਹ ਬੈੱਡ ਵੀ ਕਿਸੇ ਨੇ ਦਿੱਤੇ ਹਨ ਦਾਨ ਵਿੱਚ, ਤੇ ਤਦੇ ਇਹ ਚਾਲੂ ਹੋਇਆ। ਔਰ ਇਹਨੂੰ ਚਲਾਉਣ ਵਾਸਤੇ ਵੀ ਲੋਕ ਜਿਹੜੇ ਹੈਗੇ ਇੱਥੇ ਰੋਜ਼ ਆਉਂਦੇ ਪਏ ਦੇਖਣ ਵਾਸਤੇ, ਉਹ ਬਾਬਿਆਂ ਦੀ ਪੂਰੀ ਮਦਦ ਕਰਨਗੇ, ਦਿੱਲੀ ਗੁਰਦੁਆਰਾ ਕਮੇਟੀ ਦੀ ਮਦਦ ਕਰਨਗੇ। ਗੁਰਦੁਆਰਾ ਕਮੇਟੀ ਨੇ ਮਦਦ ਹੋ ਹੀ ਰਹੀ ਹੈ ਨਾ, ਲੋਕ ਕਰਦੇ ਪਏ ਨਾ। ਤੁਹਾਡੇ ਕਹਿਣ ਦਾ ਮਤਲਬ ਹੈ ਸੰਗਤ ਦੇ ਡੋਨੇਸ਼ਨ ਦੇ ਨਾਲ ਇਸ ਮਾਡਲ ਨੂੰ ਚਲਾਇਆ ਜਾਏਗਾ। ਹਾਂਜੀ। ਇਹ ਜਗ੍ਹਾ ਦੇਖ ਰਹੇ ਹੋ 7.5 ਏਕੜ ਹੈਗੀ ਹੈ। ਇਹਦੇ ਨਾਲ ਇੱਕ ਹੋਰ ਜਗ੍ਹਾ ਹੈ 7.5 ਏਕੜ। ਅੱਜ ਵੀ ਗੁਰਦੁਆਰਾ ਕਮੇਟੀ ਦੇ ਰਿਕਾਰਡ ਵਿੱਚ ਉਹ ਫਾਈਲ ਪਈ ਹੋਈ ਹੈ। ਉਸ ਟਾਈਮ ਜਗਮੋਹਨ ਨੇ 2 ਜਗ੍ਹਾ ਸਾਨੂੰ ਅਲਾਉਂਸ ਕੀਤੀਆਂ ਸੀ, ਇੱਕ ਹਰਸ਼ਰਦਾਮ ਮੰਦਰ ਤੇ ਇੱਕ ਇਹ ਨਾਲ ਵਾਲੀ ਜਿੱਥੇ ਹੁਣ ਲਾਇਸੈਂਸ ਬਣਦੇ ਹਨ। ਪਰ ਉਹ ਤੇ ਇੱਕ ਮਾਰੂਤੀ ਟ੍ਰੇਨਿੰਗ ਟੈਸਟ ਸਕੂਲ ਨੂੰ ਦਿੱਤੀ ਗਈ ਹੈ ਨਾ। ਅਸੀਂ ਤੇ ਜਦ ਅਸੀਂ ਆਏ ਸੱਤਾ ਦੇ ਵਿੱਚ, ਇਹ ਹਸਪਤਾਲ ਬਾਬਾ ਜੀ ਨੇ ਬਣਾ ਕੇ ਛੋੜ ਦਿੱਤਾ। ਉਸ ਤੋਂ ਬਾਅਦ ਸਰਨਾ ਸਾਹਿਬ ਆ ਗਏ, ਉਹਨਾਂ ਨੇ ਇਹ ਹਸਪਤਾਲ ਹੈਂਡਓਵਰ ਕਰ ਲਿਆ। ਉਸ ਤੋਂ ਬਾਅਦ ਉਹਨਾਂ ਨੇ ਮਨੀਪਾਲ ਨੂੰ ਦੇ ਦਿੱਤਾ। ਉਸ ਟਾਈਮ ਜਗਮੋਹਨ ਨੇ ਤੇ ਵਿਜੇ ਕਪੂਰ ਨੇ ਪੁੱਛਿਆ ਸੀ ਪਰਮਜੀਤ ਸਿੰਘ ਸਰਨਾ ਕੋਲੋਂ ਕਿ ਭਾਈ ਤੁਹਾਨੂੰ ਅਸੀਂ ਨਾਲ ਕਾਲਜ ਦੀ ਜਗ੍ਹਾ ਦੇ ਦਈਏ, ਨਾਲ ਇਹਦੇ ਅੰਡਰਗਰਾਉਂਡ ਇੱਕ ਪਾਸ ਬਣ ਜਾਏਗਾ, ਜਿਹਨੇ ਇੱਥੋਂ ਆਣਗੇ ਤੇ ਉੱਧਰ ਜਾਣ। ਉਹਨਾਂ ਨੇ ਮਨਾ ਕਰਤਾ। ਕਿਉਂਕਿ ਕੀ ਕਾਰਨ ਹੈਗਾ ਸੀ? ਤੇ ਉਹਨਾਂ ਕੋਲ ਪੁੱਛੋ, ਉਹਨਾਂ ਨੇ ਮਨਾ ਕਰਤਾ ਸੀ। ਸੰਗਤ ਜੀ, ਇਹ ਬਹੁਤ ਵੱਡੀ ਗੱਲ ਅੱਜ ਕੁਲਦੀਪ ਸਿੰਘ ਭੋਗਲ ਨੇ ਦੱਸੀ ਹੈਗੀ ਹੈ ਕਿ ਇਹਦੇ ਨਾਲ ਜਿਹੜੀ 7.5 ਏਕੜ ਦੀ ਜਗ੍ਹਾ ਹੋਰ ਹੈਗੀ ਹੈ, ਉਹ ਜਿਹੜੀ ਪ੍ਰੀਵੀਅਸ ਗਵਰਨਮੈਂਟ ਹੈਗੀ ਸੀ, ਬੀਜੇਪੀ ਦੀ ਗਵਰਨਮੈਂਟ, ਉਸ ਦਿੱਲੀ ਕਮੇਟੀ ਨੂੰ ਦੇ ਰਹੀ ਹੈਗੀ ਸੀ, ਪਰ ਪਰਮਜੀਤ ਸਿੰਘ ਸਰਨਾ ਨੇ ਇਸ ਚੀਜ਼ ਨੂੰ ਮਨਾ ਕਰਤਾ ਸੀ। ਇਹ ਬਹੁਤ ਵੱਡੀ ਗੱਲ ਹੈਗੀ। ਅਸੀਂ ਸਰਨਾ ਸਾਹਿਬ ਦੇ ਕੋਲ ਵੀ ਜਾਵਾਂਗੇ ਇਸ ਚੀਜ਼ ਦਾ ਜਵਾਬ ਲੈਣ ਦੇ ਲਈ ਕਿ ਅਕਸ਼ਰਧਾਮ ਮੰਦਿਰ ਦੇ ਉੱਥੇ ਵੀ ਜਗ੍ਹਾ ਮਿਲ ਰਹੀ ਸੀ, ਉਹਨਾਂ ਨੂੰ ਕਿਉਂ ਮਨਾ ਕੀਤਾ ਗਿਆ। ਇਹ ਕੁਲਦੀਪ ਸਿੰਘ ਭੋਗਲ ਦਾ ਜਿਹੜਾ ਐਲੀਗੇਸ਼ਨ ਹੈਗਾ, ਅਸੀਂ ਸਰਨਾ ਸਾਹਿਬ ਤੋਂ ਪੁੱਛੇ ਨਹੀਂ। ਚਲੋ ਸਰ, ਅਸੀਂ ਸਰਨਾ ਸਾਹਿਬ ਨੂੰ ਪੁੱਛਾਂਗੇ, ਰਿਕਾਰਡ ਦੇ ਸਾਹਮਣੇ ਗੱਲ ਹੈਗੀ ਹੈ। ਬਿਲਕੁਲ ਮੈਂ ਕਹਿ ਰਿਹਾ, ਉਹਨਾਂ ਕੋਲ ਪੁੱਛੋ। ਫਿਰ ਇੱਕ ਗੱਲ ਇਹ ਹੈ ਨਾ, ਉਹਨਾਂ ਨੇ ਮਨੀਪਾਲ ਨੂੰ ਕਿਉਂ ਦਿੱਤਾ, ਜਿਹੜੀ ਸਪਸ਼ਟ ਗੱਲ ਹੈ। ਮਨੀਪਾਲ ਤੋਂ ਦੇਣ ਤੋਂ ਬਾਅਦ ਫਿਰ BL ਕਪੂਰ ਨੂੰ ਦਿੱਤਾ। ਪਰ ਉਹਨਾਂ ਦਾ ਕਹਿਣਾ ਹੈਗਾ ਉਹ ਬੇਸਿਕਲੀ ਇੱਕ ਪ੍ਰੋਫੈਸ਼ਨਲ ਕੋਲੈਬੋਰੇਸ਼ਨ ਸੀ PPP ਮਾਡਲ ਦੇ ਅੰਦਰ, ਜਿਸ ਅੰਦਰ ਜਗ੍ਹਾ ਸਾਡੀ, ਓਨਰਸ਼ਿਪ ਰਾਈਟ ਸਾਡੇ, ਪਰ ਪੈਸਾ ਲੱਗਣਾ ਸੀ ਉਹਨਾਂ ਦਾ, ਤੇ ਹਸਪੀਟਲ ਬਣ ਵੀ ਜਾਂਦਾ ਤੇ ਬੱਚਿਆਂ ਦਾ ਐਡਮਿਸ਼ਨ ਵੀ ਹੋ ਜਾਣਾ ਸੀ। ਇਹ ਉਹਨਾਂ ਦਾ ਕਹਿਣਾ ਹੈਗਾ। ਮੈਂ ਤੇ ਉਸ ਟਾਈਮ ਵੀ ਹੱਥ ਜੋੜੇ ਸੀ, ਸਾਰ ਪਰਮਜੀਤ ਸਿੰਘ ਸਰਨਾ ਜੀ, ਇਹ ਬਾਬਿਆਂ ਨੇ ਬਣਾਇਆ ਇਹ, ਫਿਰ ਸਾਡੇ ਤੇ ਇੱਥੇ ਗੋਲੀਆਂ ਚਲਵਾ ਦਿੱਤੀਆਂ, ਆਂਸੂ ਗੈਸ ਦੇ ਗੋਲੇ ਛੁਡਵਾਤੇ, ਪਾਠ ਖੰਡਿਤ ਕੀਤਾ। ਕਿਹਨਾਂ ਨੇ ਕੀਤਾ ਸੀ ਇਹ? ਪਰਮਜੀਤ ਸਿੰਘ ਸਰਨਾ ਨੇ ਜਦ ਇੱਥੇ ਭੂਮੀ ਪੂਜਨ ਕਰਨ ਆਇਆ ਸੀ BL ਕਪੂਰ ਨੂੰ ਲੈ ਕੇ, ਇੱਥੇ ਮੇਰੇ ਤੇ ਅਟੈਕ ਕੀਤਾ, ਮੇਰੇ ਇਲਾਕੇ ਦੀ ਸੰਗਤ ਤੇ ਪੱਥਰ ਵਰਸਾਏ, ਪਾਠ ਖੰਡਿਤ ਕੀਤੇ, ਅੰਦਰ ਆਂਸੂ ਗੈਸ ਦੇ ਗੋਲੇ ਛੋੜੇ ਗਏ। 3 ਜਿਹੜੀਆਂ ਇਹ ਇੱਥੇ ਅੰਗੀਠੇ ਹੈਗੇ ਨੇ, ਉੱਥੇ 2 ਤੇ ਪਾਠ ਹੋ ਰਿਹਾ ਸੀ, ਉਹ ਖੰਡਿਤ ਹੋਇਆ। ਉਸ ਤੋਂ ਬਾਅਦ ਪਿਛਲੇ ਸਾਲ ਸਾਡੇ ਕਰੋਨਾ ਤੋਂ ਪਹਿਲੇ ਕੇਸ ਅਸੀਂ ਖਤਮ ਹੋਏ, ਸਾਡੇ ਕੇਸ ਅਸੀਂ 11 ਸਾਲ ਕੇਸ ਲੜਦੇ ਰਹੇ। ਸਾਡੇ ਤੇ 307 ਦਾ, ਮੇਰੇ ਤੇ ਮਨਜਿੰਦਰ ਸਿੰਘ ਸਰਸਾ ਸੇ, ਮਨਜੀਤ ਸਿੰਘ ਗੇਟੇ ਕਲਾਸ ਤੇ, ਰਾਣਾ ਤੇ, ਚਮਨ ਸਿੰਘ ਤੇ ਕੇਸ ਬਣਾਏ ਗਏ 307 ਦੇ, ਸਰਨੇ ਨੇ ਬਣਵਾਏ। ਉਸ ਟਾਈਮ ਤੁਸੀਂ ਇਹ ਗੱਲ ਪੁੱਛੀ ਨਾ, ਬੜੀ ਸਹੀ ਪੁੱਛੀ ਹੈ ਕਿ ਉਸ ਟਾਈਮ ਤੁਸੀਂ ਕਿਹਾ ਜੀ ਇਤਨੇ ਸਾਲ ਹੋ ਗਏ, ਉਸ ਟਾਈਮ ਕਾਂਗਰਸ ਦੀ ਸਰਕਾਰ ਸੀ।
ਨਹੀਂ ਸਰ, ਭੋਗਲ ਸਾਹਿਬ ਮੁੱਦੇ ਦੀ ਗੱਲ ਤੇ ਇਹ ਆਉਂਦੇ ਆ ਕਿ ਅਸੀਂ ਜਿਹੜਾ ਬੱਚਿਆਂ ਦੇ ਪੇਰੈਂਟਸ ਦੀ ਬੱਚਾ ਸਰ ਹੋਣਾ ਚਾਹੀਦਾ ਸੀ, ਠੀਕ ਹੈ, ਜਿਸ ਕਰਕੇ ਆਪਸੀ ਰਾਜਨੀਤੀ ਦੇ ਅੰਦਰ ਇਹ ਪ੍ਰੋਜੈਕਟ ਖਤਮ ਹੋ ਗਿਆ। ਜੇ ਇਹ ਦਿੱਲੀ ਗੁਰਦੁਆਰਾ ਕਮੇਟੀ ਦੇ ਕੋਲ ਆਪਣੇ ਫੰਡਸ ਨਹੀਂ ਸੀ, ਠੀਕ ਹੈ, ਚਲੋ ਡਾਇਲਿਸਿਸ ਸੈਂਟਰ ਜਾਂ ਡਾਇਲਿਸਿਸ ਹਸਪੀਟਲ ਤੇ ਇੱਕ ਛੋਟੀ ਯੂਨਿਟ ਹੈਗੀ ਹੈ, ਸੰਗਤ ਦੇ ਡੋਨੇਸ਼ਨ ਨਾਲ ਚੱਲ ਸਕਦਾ ਹੈ, ਪਰ ਜੇ ਕਿ 550 ਬੈੱਡਸ ਵਾਲਾ ਹਸਪੀਟਲ ਹੈਗਾ ਉਹ ਦਿੱਲੀ ਗੁਰਦੁਆਰਾ ਕਮੇਟੀ ਕਿਵੇਂ ਚਲਾਏਗੀ? ਫੰਡਸ ਹੈਗੇ ਉਹਨਾਂ ਦੇ ਕੋਲ? ਦੇਖੋ ਅਸੀਂ ਇਹ ਸਰਨਾ ਨੇ ਹੀ ਕਿਹਾ 550, ਅਸੀਂ ਤੇ ਕਿਹਾ ਨਹੀਂ। ਮੇਰੀ ਗੱਲ ਸੁਣੋ, 550 ਜਿਹੜਾ 550 ਦਾ ਸਰ ਕੈਲਕੂਲੇਸ਼ਨ ਇਸ ਤਰ੍ਹਾਂ ਹੈਗੀ ਹੈ ਕਿ ਜਿਹੜਾ IMF ਦੀ ਗਾਈਡਲਾਈਨਸ ਹੈਗੀ ਹੈ, ਜੇ ਤੁਸੀਂ ਮੈਡੀਕਲ ਕਾਲਜ ਖੋਲ੍ਹਣਾ ਹੈਗਾ ਤੇ ਘੱਟ ਤੋਂ ਘੱਟ ਤੁਹਾਡੇ ਕੋਲ 3 ਦਿਨ ਦਾ ਰਨਿੰਗ ਹਸਪੀਟਲ ਹੋਣਾ ਚਾਹੀਦਾ, 3 ਸਾਲ ਦਾ ਹਸਪੀਟਲ 500 ਬੈੱਡ ਦਾ ਘੱਟ ਤੋਂ ਘੱਟ ਮਿਨੀਮਮ। ਇਹ ਉਹਦੀ ਮੇਰੀ ਗੱਲ ਸੁਣੋ, ਅਸੀਂ ਤੇ ਚਾਹੁੰਦੇ ਹੋਣਾ ਚਾਹੀਦਾ ਹੈ, ਸਕੂਲਾਂ ਵਿੱਚ ਪੜ੍ਹਾਈ ਵੀ ਅੱਛੀ ਹੋਣੀ ਚਾਹੀਦੀ ਹੈ, ਸਕੂਲਾਂ ਦਾ ਜਿਹੜਾ ਉਹ ਆਪਣਾ ਕੀ ਕਹਿੰਦੇ ਉਹਨੂੰ ਮੀਨਾਰ ਵੀ ਉੱਚਾ ਹੋਣਾ ਚਾਹੀਦਾ ਸਕੂਲਾਂ ਦੀ ਪੜ੍ਹਾਈ ਅੱਛੀ ਹੋਵੇ, ਮੀਨਾਰ ਅੱਛਾ ਹੋਵੇ, ਹੋਰ ਹੀ ਅਜੇ ਕਾਲਜ ਬਣਨ। ਦੇਖੋ ਜਦ ਵੀ ਕੋਈ ਐਮਰਜੈਂਸੀ ਕੇਸਿਸ ਹੁੰਦਾ ਹੈਗਾ, ਹਰ ਹਸਪੀਟਲ ਦੇ ਸਾਹਮਣੇ ਬੇਸਿਕਲੀ ਇੱਕ ਟਰਾਮਾ ਸੈਂਟਰ ਜਾਂ ਫਿਰ ਐਮਰਜੈਂਸੀ ਹੁੰਦਾ ਹੈਗਾ। ਤੁਹਾਨੂੰ ਨਹੀਂ ਲੱਗਦਾ ਕਿ ਜਿੱਥੇ ਤੁਹਾਡਾ ਟਰਾਮਾ ਸੈਂਟਰ ਜਾਂ ਐਮਰਜੈਂਸੀ ਵਾਰਡ ਹੋਣਾ ਚਾਹੀਦਾ ਸੀ, ਤੁਸੀਂ ਉੱਥੇ ਡਾਇਲਿਸਿਸ ਸੈਂਟਰ ਖੋਲ੍ਹਤਾ ਹੈਗਾ? ਸਾਡੇ ਪਿੱਛੇ ਹੈਗੀ ਹੈ ਨਾ। ਦੇਖੋ ਮੇਰੀ ਗੱਲ ਸੁਣੋ, ਆਪਾਂ ਇੱਕ ਇਲਾਜ ਦਾ ਡਾਇਲਿਸਿਸ ਦਾ ਕੀਤਾ, ਹੁਣ ਅਗਲਾ ਜੋ ਫੈਸਲਾ ਹੋਏਗਾ ਗੁਰਦੁਆਰਾ ਕਮੇਟੀ ਚ ਕਰੇਗੀ, ਕਿਉਂਕਿ ਅੱਜ ਕੱਲ੍ਹ ਐਕਸੀਡੈਂਟ ਬਹੁਤ ਹੁੰਦੇ। ਇਹ ਗੁਰੂ ਹਰਕ੍ਰਿਸ਼ਨ ਮਹਾਰਾਜ ਦਾ ਸਥਾਨ ਹੈ, ਕੀ ਪਤਾ ਗੁਰਦੁਆਰਾ ਕਮੇਟੀ ਕਹੇ ਜੀ ਇੱਥੇ ਟਰਾਮਾ ਸੈਂਟਰ ਬਣਾਇਆ ਜਾਏ 100 ਬੈੱਡ ਦਾ, ਜਾਂ ਇਹ ਤੇ ਹੁਣ ਜਦ ਇਲੈਕਸ਼ਨ ਹੋ ਜਾਏਗੀ, ਇਲੈਕਸ਼ਨ ਤੋਂ ਬਾਅਦ ਗੁਰਦੁਆਰਾ ਕਮੇਟੀ ਦੀਆਂ ਮੀਟਿੰਗਾਂ ਹੋਣਗੀਆਂ, ਉਹਦੇ ਫੈਸਲਾ ਹੋਏਗਾ, ਕਿਉਂਕਿ ਬਾਬੇ ਤੇ ਕਹਿੰਦੇ ਅਗਲਾ ਜਿਹੜਾ ਯੂਨਿਟ ਅਸੀਂ ਚਾਲੂ ਕਰ ਰਹੇ ਹਾਂ। ਕਹਿਣ ਦਾ ਮਤਲਬ ਕਿ ਹੋ ਸਕਦਾ ਆਉਣ ਵਾਲੇ ਟਾਈਮ ਦੇ ਅੰਦਰ ਇਸ ਚੀਜ਼ ਨੂੰ ਇੱਕ ਐਮਰਜੈਂਸੀ ਵਾਰਡ ਅੰਦਰ ਵੀ ਕਨਵਰਟ ਕੀਤਾ ਜਾ ਸਕਦਾ ਹੈ। ਤੇ ਸੰਗਤ ਜੀ, ਇਹ ਭੋਗਲ ਸਾਹਿਬ ਦਾ ਕਹਿਣਾ ਹੈਗਾ ਕਿ ਜਿਹੜਾ ਇਹ ਡਾਇਲਿਸਿਸ ਸੈਂਟਰ ਹੈਗਾ, ਬੇਸਿਕਲੀ ਇਹ ਇੱਕ ਇਨੀਸ਼ੀਅਲ ਇਨੀਸ਼ੀਏਟਿਵ ਲਿਆ ਗਿਆ ਹੈਗਾ। ਇਲੈਕਸ਼ਨ ਤੋਂ ਬਾਅਦ ਹੋ ਸਕਦਾ ਜਦ ਐਗਜ਼ੀਕਿਊਟਿਵ ਦਿੱਲੀ ਗੁਰਦੁਆਰਾ ਕਮੇਟੀ ਦੀ ਬੈਠੇਗੀ, ਉਸ ਵੇਲੇ ਫੈਸਲਾ ਲਿਆ ਜਾ ਸਕਦਾ ਹੈ, ਕਿਉਂਕਿ ਬੜੀ ਪ੍ਰਾਈਮ ਲੋਕੇਸ਼ਨ ਜਿਹੜੀ ਫਰੰਟ ਦੀ ਲੋਕੇਸ਼ਨ ਹੁੰਦੀ ਹੈ, ਉੱਥੇ ਹਮੇਸ਼ਾ ਟਰਾਮਾ ਸੈਂਟਰ ਤੇ ਐਮਰਜੈਂਸੀ ਵਾਰਡ ਹੋਣਾ ਚਾਹੀਦਾ ਹੈਗਾ, ਤੇ ਹੋ ਸਕਦਾ ਆਉਣ ਵਾਲੇ ਟਾਈਮ ਦੇ ਅੰਦਰ ਉਹ ਵੀ ਬਣ ਜਾਏ। ਭੋਗਲ ਸਾਹਿਬ ਗਲਤ ਫਿਰ ਉਸ 'ਤੇ ਆਉਂਦੇ ਹੈਗੇ ਆ ਕਿ ਹੁਣ ਮੈਡੀਕਲ ਕਾਲਜ ਜਿਹੜਾ ਹੈਗਾ ਉਹ ਕਦ ਬਣੇਗਾ ਤੇ ਕਿਵੇਂ ਬਣੇਗਾ? ਦੇਖੋ ਜੀ, ਮੈਂ ਤੇ ਕੁਝ ਕਹਿ ਨਹੀਂ ਸਕਦਾ, ਮਗਰ ਮੇਰੀ ਜਿਹੜੀ ਇੱਛਾ ਹੈਗੀ ਹੈ, ਮੈਂ ਗੁਰਦੁਆਰਾ ਕਮੇਟੀ ਦੇ ਜਦ ਇਲੈਕਸ਼ਨ ਹੋ ਜਾਣਗੇ, ਮੈਂ ਕਹਾਂਗਾ ਕਿ ਉਹਨਾਂ ਨੂੰ ਮੈਡੀਕਲ ਪਹਿਲੇ ਤੇ ਉਹ ਦੱਸੇ ਨਾ ਕਿ ਉਹਨੇ ਉਸ ਟਾਈਮ ਇਸ ਜਗ੍ਹਾ ਨੂੰ ਕਿਉਂ ਵਾਪਸ ਉਹਦੇ ਤੇ ਹਾਮੀ ਨਹੀਂ ਭਰੀ। ਚਲੋ ਸਰ, ਉਹਨਾਂ ਦੀ ਗੱਲ ਤੇ ਛੋੜ ਦਿਓ ਨਾ, ਇਸ ਵੇਲੇ ਜੋ ਪਾਵਰ ਵਿੱਚ ਨਹੀਂ ਹੈਗੇ, ਪਾਵਰ ਵਿੱਚ ਤੁਸੀਂ ਹੈਗੇ ਹੋ। ਬਣਨਾ ਚਾਹੀਦਾ ਇੱਥੇ ਕਾਲਜ, ਮੈਡੀਕਲ ਕਾਲਜ ਬਣੇਗਾ। ਵਾਹਿਗੁਰੂ ਤੇ ਕਿਰਪਾ ਸਾਨੂੰ ਹੈਗੀ ਹੈ, ਵਾਹਿਗੁਰੂ ਕਿਰਪਾ ਕਰੇ, ਬਾਬਾ ਜੀ ਤੇ ਵੀ ਕਿਰਪਾ ਕਰੇ, ਉਹ ਠੀਕ ਠਾਕ ਰਹਿਣ। ਜਿਹੜਾ ਮੈਡੀਕਲ ਕਾਲਜ ਹੈ ਉਹ ਵੀ। ਇੱਕ ਚੀਜ਼ ਹੋਰ ਤੁਹਾਡੇ ਤੇ ਐਲੀਗੇਸ਼ਨ ਲਗਾਉਂਦੀ ਹੈ, ਤੁਹਾਡੇ ਜਿਹੜੇ ਵਿਰੋਧੀ ਪਾਰਟੀ ਹੈਗੇ ਨੇ, ਉਹ ਕਹਿੰਦੇ ਨੇ ਕਿ ਜਿਸ ਤਰ੍ਹਾਂ ਪ੍ਰਾਈਵੇਟ ਕੋਲੈਬੋਰੇਸ਼ਨ ਕੀਤੀ ਗਈ ਸੀ ਤੇ ਅੰਦਾਜ਼ੇ ਨਾਲ 365 ਕਰੋੜ ਦੇ ਆਸ-ਪਾਸ ਦੀ ਕੋਲੈਬੋਰੇਸ਼ਨ ਹੈਗੀ ਸੀ। ਮੈਂ BL ਕਪੂਰ ਦੇ ਨਾਲ ਗੱਲ ਕਰ ਰਿਹਾ, ਇਸ ਤੋਂ ਪਹਿਲੇ ਮਨੀਪਾਲ ਗਰੁੱਪ ਦੇ ਨਾਲ ਵੀ ਆਲਮੋਸਟ ਸਿਮਿਲਰ ਫਿਗਰ ਸੀ। ਤੇ ਤੁਹਾਡੀ ਵਿਰੋਧੀ ਪਾਰਟੀ ਕਹਿੰਦੀ ਹੈ ਤੁਸੀਂ ਇਸ ਕਰਕੇ ਮਨਾ ਕੀਤਾ ਹੈਗਾ ਕਿ ਤੁਸੀਂ ਉਹਨਾਂ ਤੋਂ ਕਮਿਸ਼ਨ ਮੰਗੀ ਸੀ, ਕਿ ਜਿਹੜੀ ਪ੍ਰਾਈਵੇਟ ਕੋਲੈਬੋਰੇਸ਼ਨ ਤੋਂ ਕਮਿਸ਼ਨ ਹੋ ਰਹੀ ਹੈਗੀ, ਕੁਝ ਕਰੋੜਾਂ ਰੁਪਏ ਅੰਦਰ ਕਮਿਸ਼ਨ ਸੀ, ਤਾਂ ਤੁਹਾਨੂੰ ਮਨਾ ਕਰਤਾ ਗਿਆ। ਜਦ ਤੁਹਾਨੂੰ ਮਨਾ ਕਰਤਾ ਗਿਆ, ਤੁਹਾਡੀ ਈਗੋ ਹਰਟ ਹੋਗੀ, ਇਸ ਕਰਕੇ ਤੁਸੀਂ ਇਹ ਲੀਗਲ ਡਿਸਪਿਊਟ ਦੇ ਅੰਦਰ ਪੂਰੇ, ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਨਹੀਂ, ਗੱਲ ਇੰਝ ਹੈਗੀ ਹੈ, ਇਹ ਜਿਹੜਾ ਕੇਸ ਲੰਬਾ ਖਿੱਚਿਆ ਨਾ, ਉਹਦੀ ਵਜ੍ਹਾ ਹੈਗੀ ਹੈ, ਪਹਿਲੇ ਕਾਂਗਰਸ ਦੀ ਸਰਕਾਰ ਰਹੀ, ਹੁਣ ਉਸ ਤੋਂ ਬਾਅਦ BJP ਦੀ ਆਈ। ਪਹਿਲੇ ਜਿਹੜਾ ਦੇਖੋ ਇਹ ਅਜੇ ਜਿਹੜੇ ਕੇਸ ਹੁੰਦੇ ਨਾ, ਉਹਨਾਂ 'ਚ ਲੇਟ ਹੋ ਜਾਂਦਾ ਹੈ, ਕਿਉਂਕਿ ਪਹਿਲੇ ਉਹਦੇ ਜਿਹੜਾ ਹੈਗਾ ਇਕਨੋਮਿਕ ਵਿੰਗ ਨੇ ਟਾਈਮ ਲਗਾਤਾ, ਹੁਣ ਕ੍ਰਾਈਮ ਬ੍ਰਾਂਚ ਵਿੱਚ ਟ੍ਰਾਂਸਫਰ ਹੋ ਗਿਆ। ਮੈਂ ਜਿਸ ਸਥਾਨ 'ਤੇ ਬੈਠਾ, ਇਹ ਜਿਹੜਾ 420 ਦਾ ਕੇਸ ਉਹਦੇ 'ਤੇ ਰਜਿਸਟਰ ਹੋਇਆ ਹੈ ਪਰਮਜੀਤ ਸਿੰਘ ਸਰਨਾ 'ਤੇ, ਉਹ ਕਿਉਂ ਹੋਇਆ? ਕਿ ਉਹ ਤੇ ਇਲਜ਼ਾਮ ਤੁਹਾਡੇ ਤੇ ਲਗਾ ਰਹੇ ਨੇ ਕਿ ਤੁਸੀਂ ਕਮਿਸ਼ਨ ਮੰਗੀ ਹੈਗੀ, ਇਸ ਕਰਕੇ ਤੁਸੀਂ ਰੁਕਵਾਤਾ। ਸਾਹਿਬ ਦੇਖੋ ਕੀ ਹੈ, ਇਹ ਤੇ ਗੱਲਾਂ ਹੈਗੀਆਂ। ਇਹ ਪੈਸਾ ਕਰੋੜਾਂ ਰੁਪਇਆ ਉਹਦੇ ਟਰਸਟ ਵਿੱਚ ਆਇਆ ਹੈ, ਤਦ 420 ਦਾ ਕੇਸ ਰਜਿਸਟਰ ਹੋਇਆ। ਦਿੱਲੀ ਗੁਰਦੁਆਰਾ ਕਮੇਟੀ ਖੁਦ ਇੱਕ ਟਰਸਟ ਹੈ। ਉਹ ਪੈਸਾ ਗਿਆ ਕਿੱਥੇ? ਉਹ ਇਹਦੇ ਕੋਲ ਪੁੱਛੋ ਨਾ ਜੀ, ਉਹ ਕਿੱਥੇ ਹੈਗਾ ਪੈਸਾ, ਪੁੱਛੋ ਕਿੱਥੇ ਹੈਗਾ। ਜਿਹੜਾ ਪੈਸਾ ਆਇਆ ਜਿਹਦੇ ਪਿੱਛੇ 420 ਉਹਦੇ ਤੇ ਬਣੀ, ਉਹ 350 ਕਰੋੜ ਵੇ ਕਿੱਥੇ ਗਿਆ? ਉਹਦਾ ਕੋਈ ਹਿਸਾਬ ਹੀ ਨਹੀਂ ਹੈਗਾ। ਨਹੀਂ ਹੈਗਾ 350 ਕਰੋੜ ਕਿਹੜਾ? ਉਹ ਕਹਿ ਰਹੇ ਨੇ ਨਾ 365 ਕਰੋੜ ਦੇ ਅੰਦਰ ਐਗਰੀਮੈਂਟ ਕੀਤਾ ਸੀ BL ਕਪੂਰ ਦੇ ਨਾਲ, ਤੇ ਤੁਸੀਂ ਕਹਿ ਰਹੇ ਹੋ 365 ਕਰੋੜ ਰੁਪਏ ਉਹਨਾਂ ਦੇ ਟਰਸਟ ਅੰਦਰ ਆਇਆ। ਨਹੀਂ, ਸਾਨੂੰ ਨਹੀਂ ਪਤਾ ਹੈਗਾ। ਅਸੀਂ ਕਹਿੰਦੇ ਹਾਂ ਕਿ ਜਿਹੜਾ ਪੈਸਾ ਪਰਮਜੀਤ ਸਿੰਘ ਸਰਨਾ ਨੇ ਲਿਆ, ਕਿੰਨਾ ਪੈਸਾ ਲਿਆ ਸਾਨੂੰ ਨਹੀਂ ਪਤਾ ਹੈਗਾ। ਲਿਆ ਕਰੋੜਾਂ ਰੁਪਇਆ, ਫਿਰ ਟਰਸਟ ਦੇ ਉੱਤੇ ਟਰਸਟ ਬਣਾਉਣਾ ਗੈਰ ਕਾਨੂੰਨੀ ਸੀ। ਇਹਨੇ ਜਿਹੜਾ ਟਰਸਟ ਬਣਾਇਆ, ਉਹਦਾ ਦਫ਼ਤਰ ਗੁਰਦੁਆਰਾ ਕਮੇਟੀ ਦੇ ਆਫਿਸ ਉੱਥੇ ਖੋਲ੍ਹਿਆ, ਉਹ ਨਹੀਂ ਖੋਲ੍ਹਣਾ ਚਾਹੀਦਾ ਸੀ। ਆਪਣੇ ਰਿਸ਼ਤੇਦਾਰਾਂ ਨੂੰ ਉਸ ਟਰਸਟ ਦੇ ਵਿੱਚ ਲਿਆ, ਇੱਥੇ ਤੱਕ ਸੀਨੀਅਰ ਵਕੀਲ ਹੈਗੇ ਨੇ ਸੁਪਰੀਮ ਕੋਰਟ ਦੇ, ਤੁਲਸੀ ਸਾਹਿਬ, ਉਹਨਾਂ ਨੂੰ ਲਿਆ।
ਆਪਣੇ ਰਿਸ਼ਤੇਦਾਰ ਇਹਨਾਂ ਦੇ ਰਹਿੰਦੇ ਨੇ ਉੱਥੇ। ਭੋਗਲ ਸਾਹਿਬ ਤੁਸੀਂ ਇਹ ਟਰਸਟ ਦੇ ਉੱਤੇ ਟਰਸਟ ਦੀ ਗੱਲ ਕੀਤੀ ਹੈਗੀ ਹੈ, ਉਹਨਾਂ ਦਾ ਸਰਨਾ ਸਾਹਿਬ ਦਾ ਇਹ ਵੀ ਕਹਿਣਾ ਹੈਗਾ ਕਿ ਜਦ ਇਹਨਾਂ ਦੀ ਲੀਜ਼ ਡੀਡ ਕੈਂਸਲ ਹੋਈ ਹੈ ਤੇ ਉਹ ਬੇਸਿਕਲੀ ਡੀਡੀ ਦੇ ਕੋਲ ਗਏ ਸੀ। ਸਰ ਮੇਰਾ ਇੱਕ ਸਵਾਲ ਖਤਮ ਹੋਣ ਦਿਓ। ਉਹਨਾਂ ਨੇ ਕਿਹਾ ਹੈ ਕਿ ਜਦ ਡੀਡੀ ਦੀ ਲੀਜ਼ ਡੀਲ ਤੁਸੀਂ ਕੈਂਸਲ ਕਰਵਾਈ ਸੀ ਤੇ ਉਸ ਤੋਂ ਬਾਅਦ ਜੋ ਰੀਨਿਊ ਕਰਾਉਣ ਲਈ ਗਏ ਸੀ, ਸਰ ਉਹਨਾਂ ਦਾ ਕਹਿਣਾ ਹੈਗਾ ਤੇ ਉਹ ਕਹਿ ਰਹੇ ਨੇ ਕਿ ਜੀ ਪਹਿਲੇ 250 ਬੈੱਡ ਦੀ ਪਰਮਿਸ਼ਨ ਸੀ, ਉਸ ਤੋਂ ਬਾਅਦ ਸਾਨੂੰ 850 ਬੈੱਡ ਦੀ ਪਰਮਿਸ਼ਨ ਮਿਲ ਗਈ। ਦੂਜੀ ਗੱਲ, ਉਹਨਾਂ ਨੂੰ ਇਹ ਜਿਹੜੀ ਟਰਸਟ ਹੈਗੀ ਸੀ ਜਿਹੜਾ ਤੁਸੀਂ ਇਲੀਗਲ ਕਹਿ ਰਹੇ ਸੀ, ਹੁਣ ਉਹਨਾਂ ਨੂੰ ਟਰਸਟ ਬਣਾਉਣ ਦੀ ਪਰਮਿਸ਼ਨ ਵੀ ਮਿਲ ਗਈ ਹੈਗੀ ਅਰਬਨ ਡਿਵੈਲਪਮੈਂਟ ਮਿਨਿਸਟਰੀ ਵੱਲੋਂ, ਜਿਹੜੀ ਸੈਂਟਰਲ ਗਵਰਨਮੈਂਟ ਦੀ। ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਦੇਖੋ ਇਹ ਸਭ ਝੂਠ ਹੈ। ਗੱਲ ਸੁਣੋ, ਜਦ ਰਾਮ ਸਿੰਘ ਨੇ 1 ਕਰੋੜ ਸਰਨੇ ਦੇ ਕਹਿਣ ਦੇ ਉੱਤੇ 1 ਕਰੋੜ 40 ਲੱਖ ਰੁਪਇਆ ਉੱਥੇ ਜੁਰਮਾਨਾ ਭਰਿਆ, ਸੁਣੋ डीडीए ਦੇ ਉੱਥੇ उन्होंने ने कहा सी कि ना ये ज़मीन किसी को हम दे सकते हैं और ना ही किसी को बेच सकते हैं। इन्होंने उसके साथ छेड़खानी की है, जो हमने धाराएं लगाई थी उस पर, जो हमारी कंडीशन थी डीडीए, इसीलिए 31 लाख की ये ज़मीन जी है वो दी गई सी। सरना साहब ने ये ज़मीन उन्होंने देती सी मनीपाल नूं है जी, उस तो बाद BL कपूर ਨੂੰ देते ਸੀ। ਅਸੀਂ ਜਾ ਕੇ ਉਸ ਟਾਈਮ ਇਹ ਸਾਡੀ ਜਿਹੜੀ ਟੀਮ ਸੀ ਜਿਹਦੇ ਮਨਜਿੰਦਰ ਸਿੰਘ ਸਰਸਾ, ਮਨਜੀਤ ਸਿੰਘ, ਅਵਤਾਰ ਸਿੰਘ, ਇਹ ਸਾਰੇ ਅਸੀਂ ਗਵਰਨਰ ਕੋਲ ਗਏ ਸੀ। ਇਹ ਜ਼ਮੀਨ ਵਾਪਸ ਕਰਵਾਈ। ਸਰਨਾ ਪਹਿਲੇ 1 ਕਰੋੜ 40 ਲੱਖ ਰੁਪਇਆ ਦੇ ਚੁੱਕਾ ਸੀ, ਅਸੀਂ ਤੇ ਬਾਅਦ ਵਿੱਚ ਕਰਵਾਇਆ। ਇਹ ਤੇ ਬਿਲਕੁਲ ਅੱਛਾ ਜੋ ਮੇਰੇ ਬਾਰੇ ਕਹਿੰਦਾ, ਮੈਂ ਕਹਿੰਦਾ ਸੱਚੇ ਪਾਤਸ਼ਾਹ ਇਹ ਤੈਨੂੰ ਮੁਬਾਰਕ ਹੈ। ਜੇ ਮੈਂ ਪੈਸੇ ਲੈਣ ਵਾਲਾ ਹੁੰਦਾ ਨਾ ਤੇ ਮੈਂ ਬਾਬਾ ਹਰਬੰਸ ਸਿੰਘ ਦੁਆਰਾ ਪਾਈ ਇਕੱਠੀ ਕਰਕੇ ਬਾਬਿਆਂ ਨੇ ਇਹ ਹਸਪਤਾਲ ਬਣਾਇਆ। ਮੈਂ ਜਦ ਬਾਬਿਆਂ ਨੂੰ ਕਿਹਾ ਸੀ ਨਾ, ਬਾਬਾ ਹਰਬੰਸ ਸਿੰਘ ਹੋਰਾਂ ਨੂੰ, ਬਾਬਾ ਜੀ ਇਹ ਹਸਪਤਾਲ ਬਣਾਇਆ, ਬਾਬਾ ਜੀ ਕਹਿੰਦੇ ਮੈਂ ਹਸਪਤਾਲ ਨਹੀਂ ਅਸੀਂ ਹਸਪਤਾਲ ਨਹੀਂ ਬਣਾਉਂਦੇ, ਅਸੀਂ ਗੁਰੂ ਦੇ ਮਹਿਲ ਬਣਾਉਂਦੇ ਹਾਂ। ਮੈਂ ਉਹਨਾਂ ਨੂੰ ਇੱਥੇ ਪੈਰਾਂ ਚਰਨਾਂ ਤੇ ਹੱਥ ਲਾ ਕੇ ਮੈਂ ਕਿਹਾ ਬਾਬਾ ਜੀ ਇਹ ਬਣਾਓ। ਇਹ ਜਿਹੜਾ ਇਲਾਕਾ ਹੈ ਇੱਥੇ ਗਾঁव ਵੀ ਹੈਗੇ ਨੇ ਔਰ ਇਹ ਗੁਰੂ ਹਰਕ੍ਰਿਸ਼ਨ ਮਹਾਰਾਜ ਦਾ ਸਥਾਨ ਹੈ। ਇੱਥੇ ਤੁਹਾਡੇ ਇਲਾਕੇ ਦੇ ਤਰਵਿੰਦਰ ਸਿੰਘ ਮਾਰਵਾ ਜਿਹੜੇ ਫਾਰਮਰ MLA ਵੀ ਹੈਗੇ ਨੇ, ਉਹ ਵੀ ਕਹਿੰਦੇ ਨੇ ਜੀ ਜਿਹੜੀ ਇਹ ਕਮੇਟੀ ਦੀ ਡਾਇਲਿਸਿਸ ਸੈਂਟਰ ਦੀ ਜਗ੍ਹਾ ਹੈਗੀ ਹੈ, ਕੋਈ 15 ਜਾਂ 20 ਸਾਲ ਵਾਸਤੇ ਕਿਸੇ ਪ੍ਰਾਈਵੇਟ NGO ਨੂੰ ਦੇਤੀ ਹੈ, ਸਾਊਥ ਇੰਡੀਆ ਦੀ NGO ਹੈਗੀ ਹੈ, ਤੇ ਇਹਦੇ ਬਾਰੇ ਤੁਸੀਂ ਬਹੁਤ ਵੱਡਾ ਘੁਟਾਲਾ ਹੈ ਜਿਹੜਾ ਕਿ ਤੁਸੀਂ ਕਲੀਅਰ ਨਹੀਂ ਕਰ ਰਹੇ। ਘੁਟਾਲਾ ਤਰਵਿੰਦਰ ਸਿੰਘ ਮਾਰਵਾ ਜੀ ਦਾ ਕਹਿਣਾ ਹੈਗਾ। ਕਿਹੜਾ ਘੁਟਾਲਾ? ਦੇਖੋ ਮੇਰੀ ਗੱਲ ਸੁਣੋ, ਸਾਧ ਸਾਹਿਬ ਬਾਬਾ ਜੀ ਬਣਾਉਂਦੇ ਪਏ ਹਨ, ਮਸ਼ੀਨਾਂ ਦਾਨ ਵਿੱਚ ਆਈਆਂ ਹਨ, ਘੁਟਾਲਾ ਕਿਹੜਾ ਹੋ ਗਿਆ ਜੀ? ਉਹ ਪਹਿਲੇ ਤੁਸੀਂ ਕਹਿੰਦੇ ਹੋ ਸਰਨਾ ਇਹ ਕਹਿ ਰਿਹਾ, ਹੁਣ ਇਹ ਲੈ, ਇਹ ਹੁਣ ਤੁਸੀਂ ਸਾਰੀ ਨਾ ਸਿਆਸਤ ਉਹ ਸਾਰੀ ਕਹਾਣੀ ਫਿਰ ਉਹ ਆ ਗਈ ਵਿੱਚ। ਤੁਸੀਂ ਮੈਨੂੰ ਕਿਹਾ ਨਾ ਕਿ ਜੀ ਇਹ ਮੈਂ ਸਿਰਫ ਹਸਪਤਾਲ ਤੇ ਗੱਲ ਕਰਨੀ ਹੈ, ਮੈਂ ਤੇ ਹਸਪੀਟਲ ਬਾਰੇ ਗੱਲ ਕਰ ਰਿਹਾ ਸਿਰਫ। ਦੇਖੋ ਇਹ ਝੂਠ ਬੋਲਦੇ ਪਏ ਨੇ ਐਵੇਂ, ਇਹਨਾਂ ਦਾ ਕੋਈ ਹੁਣ ਹਸਪਤਾਲ ਚਾਲੂ ਹੋ ਗਿਆ, ਇਹਨਾਂ ਕੋਲ ਕੋਈ ਮੁੱਦਾ ਨਹੀਂ ਹੈਗਾ। ਜਿਹੜੀ ਅਸਲੀਅਤ ਗੱਲ ਹੈ, ਪਹਿਲੇ ਸਰਨਾ ਕੋਲ ਹਸਪੀਟਲ ਚਾਲੂ ਨਹੀਂ ਹੋਇਆ ਭੋਗਲ ਸਾਹਿਬ, ਇਹ ਡਾਇਲਿਸਿਸ ਸੈਂਟਰ ਡਾਇਲਿਸਿਸ ਚਾਲੂ ਹੋਇਆ ਹੈਗਾ। 550 ਕਰੋੜ ਰੁਪਇਆ ਉਸ ਟਾਈਮ ਕਿਹਾ ਸੀ ਇਹਨਾਂ ਨੇ, 550 ਕਰੋੜ ਰੁਪਇਆ ਲੱਗਣਾ ਹੈ। ਸੁਣੋ ਸ਼ਾਇਦ ਜ਼ਿਆਦਾ ਹੀ ਲੱਗਦਾ, ਸ਼ਾਇਦ ਜ਼ਿਆਦਾ ਹੀ ਲੱਗਦਾ। ਤੁਹਾਨੂੰ ਖੁਸ਼ੀ ਹੋਣੀ ਚਾਹੀਦੀ ਹੈ। ਇਹ ਡਾਇਲਿਸਿਸ ਦੇਖੋ, ਕਰੋਨਾ ਤੋਂ ਬਾਅਦ ਡਾਇਲਿਸਿਸ ਦੇ ਕੇਸ, ਇਹ ਜਿਹੜੇ ਕਿਡਨੀ ਦੇ ਕੇਸ ਵਧੇ ਹੈਗੇ ਨੇ। ਅਸੀਂ ਕੀ ਗੁਨਾਹ ਕੀਤਾ ਜੀ? ਜੇ ਡਾਇਲਿਸਿਸ ਦਾ ਇੱਥੇ ਸ਼ੁਰੂ ਕੀਤਾ ਹੈ, ਲੋਕ ਕਿੱਥੇ ਕਿੱਥੇ ਧੱਕੇ ਖਾਂਦੇ ਹਨ, ਅਸੀਂ ਫ੍ਰੀ 'ਚ ਕਰਦੇ ਪਿਆ। ਉਸ ਤੋਂ ਬਾਅਦ ਗੁਰੂ ਮਹਾਰਾਜ ਬਖਸ਼ਿਸ਼ ਕਰੇਗਾ, ਅਗਲੀ ਜਿਹੜੀ ਜਗ੍ਹਾ ਹੈਗੀ ਹੈ ਉਹ ਵੀ ਬਾਬੇ ਚਾਲੂ ਕਰ ਦੇਣਗੇ। ਇਹ ਜੋ ਕੁਝ ਕਹਿੰਦੇ ਪਏ ਨਾ, ਹੁਣ ਇਹਨਾਂ ਦੇ ਪੱਲੇ ਕੁਝ ਹੈ ਨਹੀਂ। ਭੋਗਲ ਸਾਹਿਬ ਇੱਕ ਚੀਜ਼ ਹੋਰ ਵੀ, ਮੈਂ ਤੁਹਾਡੀ ਗੱਲ ਸਮਝ ਗਿਆ, ਇੱਕ ਚੀਜ਼ ਹੋਰ ਵੀ ਆ ਸਕਦੀ ਹੈ ਕਿ ਜਿਸ ਤਰ੍ਹਾਂ ਨਾਨਕ ਪਿਓ ਗੁਰਦੁਆਰਾ ਸਾਹਿਬ ਹੋ ਗਿਆ, ਗੁਰਦੁਆਰਾ ਮੋਤੀ ਬਾਗ ਸਾਹਿਬ ਹੋ ਗਿਆ, ਜਿਸ ਤਰ੍ਹਾਂ ਈਸਟ ਦਿੱਲੀ, ਵੈਸਟ ਦਿੱਲੀ, ਸਾਊਥ ਦਿੱਲੀ ਅੰਦਰ ਜਿਹੜੇ ਗੁਰਦੁਆਰੇ ਹੈਗੇ ਨੇ, ਜਾਂ ਦਿੱਲੀ ਗੁਰਦੁਆਰਾ ਕਮੇਟੀ ਦੇ ਕੋਲ ਜਿਹੜੀ ਜ਼ਮੀਨਾਂ ਨੇ, ਕਿ ਇਸ ਤਰ੍ਹਾਂ ਨਹੀਂ ਹੋ ਸਕਦਾ ਸੀ ਕਿ ਉਹਨਾਂ ਜਗ੍ਹਾ ਦੇ ਉੱਤੇ ਜਿਸ ਤਰ੍ਹਾਂ ਪੋਲੀ ਕਲੀਨਿਕਸ ਚੱਲ ਰਹੀਆਂ ਨੇ, ਗੁਰੂ ਨਾਨਕ ਹਸਪੀਟਲ ਚੱਲ ਰਿਹਾ ਹੈ, ਉੱਥੇ 4-4 5-5 ਮਸ਼ੀਨਾਂ ਲਗਾ ਦਿੰਦੇ ਤਾਂ ਕਿ ਉੱਥੇ ਦੀ ਜਿਹੜੀ ਸੰਗਤ ਹੈਗੀ ਉਹਨਾਂ ਨੂੰ ਉਹ ਆਉਣਾ ਜਿਹੜਾ ਸੌਖਾ ਪੈਂਦਾ। ਨਹੀਂ ਸਰਦਾਰ ਸਾਹਿਬ, ਇਹ ਵੀ ਤੇ ਸੌਖਾ, ਇਹ ਵੀ ਹੈਗਾ ਪੂਰਾ ਦਿੱਲੀ ਦੀ। ਇੱਥੇ ਕਰੀਮ ਵੀ ਹੈਗੀ ਆ, ਉੱਥੇ ਮੇਰੇ ਕੋਲ ਨਾ, ਇੱਥੇ ਅਸੀਂ ਬੈਠੇ ਹੁੰਦੇ ਆ ਨਾ, ਕਈ ਬੰਦੇ ਆਉਂਦੇ ਨੇ, ਡਾਇਲਿਸਿਸ ਸ਼ੁਰੂ ਹੋ ਰਿਹਾ, ਹਮਨੇ ਆਣਾ। ਇੱਥੇ ਤੱਕ ਇੱਕ ਜਲੰਧਰ ਦੇ ਸਾਨੂੰ ਟੈਲੀਫੋਨ ਆਇਆ ਕਿ ਅਸੀਂ ਇੱਥੋਂ ਗੰਗਾ ਰਾਮ ਤੋਂ ਕਰਵਾਉਂਦੇ ਪਿਆ, ਇਹ ਕਦ ਚਾਲੂ ਹੋਏਗਾ? ਅਸੀਂ ਕਿਹਾ ਜੀ 7 ਤਰੀਕ ਤੋਂ ਬਾਅਦ ਚਾਲੂ ਹੋਏਗਾ। ਗਰੀਬ ਬੰਦਾ ਸੀ, ਮੈਂ ਕਿਹਾ ਤੁਸੀਂ ਆਓ, ਇੱਥੇ ਫ੍ਰੀ ਹੋਏਗਾ। ਤੇ ਇਹ ਜਿਹੜੀਆਂ ਗੱਲਾਂ ਹੈਗੀਆਂ ਨਾ, ਹੁਣ ਅਸੀਂ ਚਾਲੂ ਕਰ, ਇਹ ਮਹਾਰਾਜ ਨੇ ਕਿਰਪਾ ਕੀਤੀ, ਬਾਬਾ ਜੀ ਨੇ ਬਣਾਇਆ, ਇਹ ਚਾਲੂ ਹੋ ਰਿਹਾ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਹ ਇਲੈਕਸ਼ਨ ਦੇ ਵਿੱਚ ਇੱਕ ਇਹ ਫੈਸਲਾ ਸੀ ਕਿ ਅਸੀਂ ਜਦ ਆਏ ਹਸਪੀਟਲ, ਇਹ ਚਾਲੂ ਹੋ ਗਿਆ। ਔਰ ਅਸੀਂ ਫਿਰ ਗੁਰੂ ਮਹਾਰਾਜ ਅੱਗੇ ਬੇਨਤੀ ਕਰਦੇ ਹਾਂ ਕਿ ਉਹ ਫਿਰ ਦੁਬਾਰਾ ਅਸੀਂ ਜੇ ਆਵਾਂਗੇ, ਇਹ ਅਸੀਂ 100% ਕਹਿ ਰਹੇ ਹਾਂ ਕਿ ਅਸੀਂ 30 ਤੋਂ ਔਰ 35 ਸੀਟਾਂ ਅਸੀਂ ਲੈ ਕੇ ਜਾਵਾਂਗੇ। ਸਾਡਾ ਜਿਹੜਾ ਇਹ ਮੇਨ ਸੀ ਨਾ ਹਸਪੀਟਲ ਦਾ, ਜਿਹੜਾ ਸਰਨਾ ਸਾਹਿਬ ਔਰ ਦੂਸਰੇ ਜਿਹੜੇ ਬੋਲਦੇ ਪਏ ਹਨ, ਜਿਨ੍ਹਾਂ ਦੇ ਝੂਠ ਹੈਗਾ, ਇਹ ਕਹਿੰਦੇ ਸੀ ਹਸਪਤਾਲ ਨਹੀਂ ਚੱਲਿਆ ਜੀ, ਹਸਪਤਾਲ ਹੋ ਗਿਆ ਜੀ ਫਲਾਣ, ਇਹ ਚੱਲੇਗਾ ਨਹੀਂ ਜੀ। ਉਹ ਮੁੱਦਾ ਇਹਨਾਂ ਦਾ ਹੁਣ ਖਤਮ ਹੋ ਗਿਆ।
ਸਰਨੇ ਦਾ ਮੁੱਦਾ ਹੁਣ ਖਤਮ ਹੋ ਗਿਆ ਹੈ। ਹੁਣ ਉਹਦੇ ਕੋਲ ਕੋਈ ਮੁੱਦਾ ਨਹੀਂ ਹੈਗਾ। ਉਹਨਾਂ ਨੇ ਤੇ ਹੁਣੇ ਸ਼ਾਇਦ ਮਹੀਨਾ ਪਹਿਲੇ ਹੀ ਅਰਦਾਸ ਸਮਾਗਮ ਕਰਕੇ ਗਏ ਨੇ। ਉਹ ਕਹਿੰਦੇ ਨੇ ਜੀ ਮੈਂ ਅਰਦਾਸ ਕਰਕੇ ਗਿਆ ਕਿ ਇੱਥੇ ਅਸੀਂ ਜਦ ਅਸੀਂ ਪਾਵਰ ਅੰਦਰ ਸੰਗਤ ਸਾਨੂੰ ਦਿੰਦੀ ਹੈ ਸੇਵਾ ਤੇ ਅਸੀਂ 550 ਬੈੱਡ ਦਾ ਹਸਪੀਟਲ ਸ਼ੁਰੂ ਕਰਾ ਕੇ ਜਾਵਾਂਗੇ, ਉਹ ਵੀ ਪ੍ਰਾਈਵੇਟ ਕੋਲੈਬੋਰੇਸ਼ਨ ਦੇ ਨਾਲ। ਸੁਣੋ ਹੁਣ ਗੱਲ, ਇਹ ਜਿਹੜੀ ਤੁਸੀਂ ਅੱਜ ਗੱਲ ਪੁੱਛੀ ਨਾ, ਇਹਦੇ 'ਚ ਤੁਹਾਨੂੰ ਮੈਂ ਕਲੀਅਰ ਗੱਲ ਦੱਸ ਦਿਆਂ। ਹੋਇਆ ਕਿ ਸਰਨਾ ਸਾਹਿਬ ਨੇ ਇਹ ਅਰਦਾਸ ਦਾ ਸਮਾਗਮ ਰੱਖ ਲਿਆ ਅੰਦਰ। ਭਾਈ ਸਾਹਿਬ ਨੂੰ ਕਹਿ ਦਿੱਤਾ ਕਿ ਤੁਸੀਂ ਪ੍ਰਸ਼ਾਦ ਬਣਾ ਕੇ ਰੱਖੋ, ਭਾਈ ਸਾਹਿਬ ਇੱਥੇ ਰਹਿਣ ਤੇ ਅਸੀਂ ਅੰਦਰ ਨਾਲ ਅਰਦਾਸ ਕਰਨੀ ਹੈ। ਉਹਨਾਂ ਨੂੰ ਸਮਝ ਨਹੀਂ ਹੈਗੀ ਸੀ। ਇੱਥੇ ਲੱਗੀਆਂ ਸੀ ਚਾਦਰਾਂ, ਇਹ ਜਿਨ ਚਾਦਰ ਲੱਗੀ ਹੈ, ਇਹ ਚਾਦਰਾਂ ਲੱਗੀਆਂ ਨਾ, ਉਹ ਇਸ ਤੋਂ ਵੱਡੀਆਂ ਚਾਦਰਾਂ ਲੱਗੀਆਂ ਸੀ। ਤੇ ਉਹਨਾਂ ਨੂੰ ਪਤਾ ਜੀ ਬਾਬੇ ਤੇ ਐਵੇਂ ਉਹਨਾਂ ਦਾ ਬਿਆਨ ਨਹੀਂ ਆਇਆ ਸੀ ਸਰਨਿਆਂ ਦਾ, ਇਹ ਜੀ ਬਾਬੇ ਐਵੇਂ ਜੀ 4 ਫੁੱਟ ਦੀ ਦੀਵਾਰ ਅੰਦਰ ਬਣਾਉਂਦੇ ਪਏ ਨੇ, ਸਫਾਈ ਕਰਦੇ ਪਏ, ਹਸਪਤਾਲ ਤੇ ਬਣਾਉਂਦੇ ਨਹੀਂ ਪਏ। ਮੈਂ ਬਾਬਿਆਂ ਨੂੰ ਇਹ ਗੱਲ ਦੱਸੀ, ਬਈ ਇਹ ਸਰਨਾ ਬੜਾ ਝੂਠ ਬੋਲੀ ਜਾ ਰਿਹਾ, ਕਹਿੰਦਾ ਕੁਛ ਨਹੀਂ ਹੈ। ਮੈਂ ਬਾਬਿਆਂ ਨੂੰ ਕਿਹਾ ਇਹ ਚਾਦਰਾਂ ਲਾਓ। ਇਹ ਜਿਹੜੀ 4 ਫੁੱਟ ਦੀ ਦੀਵਾਰ ਦੀ ਗੱਲ ਕਰਦਾ ਸੀ, ਅੰਦਰ ਦੀ ਤੇ ਗੱਲ ਹੀ ਨਹੀਂ ਕਰਦਾ ਸੀ। ਸਾਰੀ ਅਸੀਂ ਚਾਦਰਾਂ ਇਹ ਲਾ ਦਿੱਤੀਆਂ ਤੇ ਲੋਕ ਨਾ ਜਿਹੜੇ ਅਰਦਾਸ ਕਰਨ ਆਏ ਸੀ ਉਹ ਇੱਥੇ ਆ ਕੇ ਅੰਦਰ ਘੁਸ ਗਏ। ਉਹ ਕਹਿੰਦੇ ਇਹ ਤੇ ਹਸਪਤਾਲ ਬਣਦਾ ਪਿਆ ਹੈ, ਇਹ ਤੇ ਸਰਨਾ ਸਾਹਿਬ ਝੂਠ ਬੋਲ ਰਹੇ, ਦੱਬੀ ਦੱਬੀ ਜ਼ਬਾਨ ਵਿੱਚ ਕਿਹਾ ਉਹਨਾਂ ਨੇ, ਇਹ ਤੇ ਝੂਠ ਬੋਲਦੇ ਪਏ ਬਾਬਾ ਜੀ। ਸਰਨੇ ਨੂੰ ਉਹਦੇ ਆਪਣੇ ਚਾਹਵਾਨਾਂ ਨੇ ਕਿਹਾ ਸਰਨਾ ਸਾਹਿਬ ਆਪਾਂ ਝੂਠੇ ਪੈ ਜਾਾਂਗੇ, ਆਪਾਂ ਅੰਦਰ ਅਰਦਾਸ ਨਾ ਕਰੀਏ, ਆਪਾਂ ਜਿੱਥੇ ਉਹ ਖੰਡਰ ਬਣਿਆ ਪਿਆ ਨਾ ਉੱਥੇ ਅਰਦਾਸ ਕਰੀਏ। ਇਹ ਤੇ ਅੰਦਰ ਤੇ ਸ਼ੀਸ਼ੇ ਲੱਗ ਗਏ ਨੇ, ਸਾਨੂੰ ਕਿਸੇ ਨੇ ਦੱਸਿਆ ਨਹੀਂ ਕਿ ਅੰਦਰ ਤੇ ਹਸਪਤਾਲ ਬਣ ਕੇ ਤਿਆਰ ਹੋਇਆ। ਸਾਡੇ ਬੰਦੇ ਵੀ ਇੱਥੇ ਹੈਗੇ, ਉਹਨਾਂ ਨੇ ਵੀ ਦੱਸਿਆ, ਕਿਉਂਕਿ ਇੱਥੇ ਨਾ ਬੰਦੇ ਬੈਠੇ ਹੋਏ ਸੀ ਸੇਵਾਦਾਰ, ਅੰਦਰ ਬਾਬੇ ਕੰਮ ਕਰ ਰਹੇ ਸੀ। ਉਹ ਫਿਰ ਇਹਨਾਂ ਨੇ ਅਰਦਾਸ ਉੱਥੇ ਕੀਤੀ ਕਿ ਅਸੀਂ ਗੁਰੂ ਅੱਗੇ ਝੂਠੇ ਪੈ ਜਾਾਂਗੇ, ਇਹ ਤੇ ਹਸਪਤਾਲ ਚਾਲੂ ਹੋ ਰਿਹਾ। ਮੈਂ ਤੇ ਕਹਿੰਦਾ ਸੱਚੇ ਪਾਤਸ਼ਾਹ ਨੇ ਮਿਹਰ ਕੀਤੀ, ਹਸਪਤਾਲ ਚਾਲੂ ਹੋ ਗਿਆ, ਇਹਨਾਂ ਕੋਲ ਮੁੱਦਾ ਖਤਮ ਹੋ ਗਿਆ। ਹੁਣ ਝੂਠ ਬੋਲਦੇ ਨੇ, ਪੁਰਾਣੀਆਂ ਮਸ਼ੀਨਾਂ, ਇਹ ਜੀ ਫਲਾਣਾ ਹੋ ਗਿਆ ਜੀ, ਇਹ ਜੀ ਉਹਨੂੰ ਦੇ ਦਿੱਤਾ ਜੀ। ਉਹ ਸਾਰ ਸਾਹਿਬ ਉਹ ਦੇਖੋ ਬਾਬਾ ਜੀ, ਬਾਬਾ ਰਵੀ ਜੀ, ਉਹ ਦੇਖੋ ਕਿੰਝ ਸੇਵਾ ਕਰਦੇ ਪਏ ਹਨ, ਕਿੰਝ ਪੌਦੇ ਲਗਾਉਂਦੇ ਪਏ ਹਨ, ਬਾਬੇ ਕਰਦੇ ਪਏ ਹਨ। ਅਗਲਾ ਵੀ ਜਿਹੜਾ ਯੂਨਿਟ ਹੈ ਉਹ ਗੁਰੂ ਮਹਾਰਾਜ ਬਖਸ਼ਿਸ਼ ਕਰੇਗਾ, ਉਹ ਤਿਆਰ ਹੋਏਗਾ। ਉੱਥੇ ਅਸੀਂ ਚਾਹਾਂਗੇ ਉੱਥੇ ਵੀ ਹਸਪਤਾਲ ਬਣੇ। ਤੁਸੀਂ ਜਿਨ ਕਿਹਾ ਟਰਾਮਾ ਸੈਂਟਰ, ਮਹਾਰਾਜ ਕਿਰਪਾ ਕਰਨਗੇ। ਜਿਹਦੇ ਦਰ ਤੇ ਸ਼੍ਰੀ ਹਰਿਕ੍ਰਿਸ਼ਨ ਤੇ ਆਈਏ, ਜਿਸ ਜਿੱਥੇ ਸਭ ਦੁੱਖ ਜਾਏ, ਸੰਤਾਂ ਕੇ ਕਾਰਜ ਆਪ ਖਲੋਵਾ, ਕੰਮ ਕਰਾਵਣ ਆਇਆ ਰਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸੰਗਤ ਦਾ ਵੀ ਹਾਂਜੀ, ਮੈਂ ਦਿੱਲੀ ਦੀ ਸੰਗਤ ਨੂੰ ਵੀ ਬੇਨਤੀ ਕਰਦਾ, ਇਹ ਜਿਹੜਾ ਡਾਇਲਸਿਸ ਦਾ ਹਸਪੀਟਲ ਖੁੱਲ੍ਹਣ ਜਾ ਰਿਹਾ ਹੈ ਤੇ ਤੁਸੀਂ ਇੱਥੇ ਆ ਕੇ ਦੇਖੋ, ਤੇ ਨਾਲ ਜਿਹੜੇ ਰੋਗੀ ਹੈਗੇ ਨੇ ਉਹ ਵੀ ਇੱਥੇ ਆਉਣ ਔਰ ਆਪਣੇ ਫ੍ਰੀ ਡਾਇਲਸਿਸ ਕਰਵਾਉਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸੰਗਤ ਜੀ, ਇਹ ਸੀ ਕੁਲਦੀਪ ਸਿੰਘ ਭੋਗਲ ਜੀ ਦਾ ਕਹਿਣਾ, ਜਿਨ੍ਹਾਂ ਨੇ ਕਿਹਾ ਕਿ ਪਹਿਲੀ ਫਸਟ ਫੇਜ਼ ਦੇ ਅੰਦਰ ਇੱਥੇ ਡਾਇਲਿਸਿਸ ਸੈਂਟਰ ਖੁੱਲ੍ਹਣ ਜਾ ਰਿਹਾ ਹੈ। ਇਹਨਾਂ ਦੇ ਹਿਸਾਬ ਨਾਲ ਡਾਇਲਿਸਿਸ ਸੈਂਟਰ ਨਹੀਂ ਹੈਗਾ, ਇਹ ਹਸਪੀਟਲ ਹੈ 100 ਬੈੱਡਸ ਦਾ, ਜਿੱਥੇ ਡਾਇਲਿਸਿਸ ਦੇ ਨਾਲ ਨਾਲ ਇੱਥੇ ਮੈਡੀਕਲ ਡਾਕਟਰਸ ਦੀ ਟੀਮ ਵੀ ਬੈਠੇਗੀ। ਅਪਾਰਟ ਫਰਮ ਦਿਸ, ਇਸੀ ਹਸਪੀਟਲ ਦੇ ਸਾਹਮਣੇ ਇੱਕ ਛੋਟੀ ਜਿਹੀ ਯੂਨਿਟ ਵੀ ਚੱਲ ਰਹੀ ਹੈ, ਜਿਨ੍ਹਾਂ ਨੂੰ ਜਿਹੜੇ ਕਿ ਇਹਨਾਂ ਦੇ ਹਿਸਾਬ ਨਾਲ 50 ਬੈੱਡ ਦਾ ਹਸਪੀਟਲ ਹੈ, ਤੇ ਉੱਥੇ OPDs ਵੀ ਨੇ ਤੇ ਡਾਕਟਰ ਇਲਾਜ ਵੀ ਕਰ ਰਹੇ ਹੈਗੇ ਨੇ। ਤੇ ਭੋਗਲ ਸਾਹਿਬ ਦਾ ਕਹਿਣਾ ਹੈ ਕਿ ਸੰਗਤ ਦੀ ਕਿਰਪਾ ਦੇ ਨਾਲ ਇਹ ਜਿਹੜਾ ਡਾਇਲਿਸਿਸ ਸੈਂਟਰ ਹੈਗਾ ਇਹ ਬਿਲਕੁਲ ਫ੍ਰੀ ਆਫ ਕਾਸਟ ਹੋਏਗਾ, ਜਿਹਦੇ ਅੰਦਰ ਕਿਸੇ ਵੀ ਸੰਗਤ ਤੋਂ 1 ਰੁਪਿਆ ਵੀ ਨਹੀਂ ਲਿਆ ਜਾਏਗਾ। ਇਹਦਾ ਸਾਰਾ ਦਾ ਸਾਰਾ ਜਿਹੜਾ ਖਰਚਾ ਹੈ ਦਿੱਲੀ ਗੁਰਦੁਆਰਾ ਕਮੇਟੀ ਬੀਅਰ ਕਰੇਗੀ। ਇਹ ਕਿਸੇ ਵੀ ਪ੍ਰਾਈਵੇਟ ਕੰਪਨੀ ਨਾਲ ਕੋਲੈਬੋਰੇਸ਼ਨ ਕਰਕੇ ਕਿਸੇ ਵੀ ਤਰੀਕੇ ਦੇ ਨਾਲ ਠੇਕੇ ਤੇ ਨਹੀਂ ਦਿੱਤਾ ਜਾ ਰਿਹਾ, ਤੇ ਸਾਰਾ ਦਾ ਸਾਰਾ ਜਿਹੜਾ ਇੱਥੇ ਅਰੇਂਜਮੈਂਟ ਹੈਗਾ ਦਿੱਲੀ ਗੁਰਦੁਆਰਾ ਕਮੇਟੀ, ਜਿਹੜੇ ਕਾਰ ਸੇਵਾ ਵਾਲੇ ਬਾਬਾ ਬਚਨ ਸਿੰਘ ਜੀ ਹੈਗੇ, ਉਹਨਾਂ ਦੇ ਸਹਿਯੋਗ ਦੇ ਨਾਲ ਇਹ ਕੰਮ ਕੀਤਾ ਜਾ ਰਿਹਾ ਹੈਗਾ। ਦੂਜੀ ਗੱਲ, ਕੁਲਦੀਪ ਸਿੰਘ ਭੋਗਲ ਨੇ ਭਰੋਸਾ ਜਤਾਇਆ ਹੈਗਾ ਕਿ ਇਸ ਜਿਹੜਾ ਡਾਇਲਿਸਿਸ ਸੈਂਟਰ ਦੇ ਖੁੱਲ੍ਹਣ ਤੋਂ ਬਾਅਦ ਦਿੱਲੀ ਦੀ ਸੰਗਤ ਇਹਨਾਂ ਨੂੰ ਮਾਣ ਬਖਸ਼ੇਗੀ, ਆਸ਼ੀਰਵਾਦ ਦੇਵੇਗੀ, ਤੇ ਆਉਣ ਵਾਲੀ ਇਲੈਕਸ਼ਨਸ ਦੇ ਅੰਦਰ 30 ਤੋਂ 35 ਸੀਟਾਂ ਇਹ ਵਿਨਿੰਗ ਮੈਜੋਰਟੀ ਦੇ ਨਾਲ ਲੈ ਕੇ ਜਾਣਗੇ। ਜਦ ਇਹਨਾਂ ਦੀ ਦੁਬਾਰਾ ਤੋਂ ਉੱਥੇ ਸੇਵਾ ਮਿਲਦੀ ਹੈ ਇਹਨਾਂ ਦੀ ਟੀਮ ਨੂੰ, ਤੇ ਇਹਨਾਂ ਦੀ ਟੀਮ ਐਗਜ਼ੀਕਿਊਟਿਵ ਦੇ ਅੰਦਰ ਮਤਾ ਪਾਸ ਕਰਕੇ ਫੈਸਲਾ ਲਏਗੀ ਕਿ ਇਹ ਜਿਹੜਾ ਡਾਇਲਿਸਿਸ ਸੈਂਟਰ ਹੈਗਾ ਇਹਦੀ ਜਗ੍ਹਾ ਤੇ ਕੋਈ ਐਮਰਜੈਂਸੀ। ਹਾਂਜੀ, ਨਾ ਅਗਲਾ ਜਿਹੜਾ ਹੈਗਾ ਅੱਗੇ ਬਾਬਿਆਂ ਨੇ ਇਹ ਜਿਹੜਾ ਅਗਲੇ ਵਾਲਾ ਹੈਗਾ ਉੱਥੇ ਕੋਈ ਐਮਰਜੈਂਸੀ ਜਾਂ ਫਿਰ ਉੱਥੇ ਟਰਾਮਾ ਸੈਂਟਰ ਦੀ ਸ਼ੁਰੂਆਤ ਕੀਤੀ ਜਾਏ, ਤੇ ਫੇਜ਼ ਵਾਈਜ਼ 50 ਬੈੱਡ ਜਾਂ 80 ਬੈੱਡ ਜਾਂ 100 ਬੈੱਡ ਨੂੰ ਸਲੋਲੀ ਉਹਨੂੰ ਵੀ 500 ਬੈੱਡ ਨੂੰ ਹੌਲੀ ਡਿਵੈਲਪ ਕੀਤਾ ਜਾਏ। ਤੇ ਜਿਹੜੇ ਮੈਡੀਕਲ ਕਾਲਜ ਹੈਗਾ, ਜਿਹੜਾ ਕਿ ਸੰਗਤ ਦਾ ਬੇਸਿਕਲੀ ਡਿਮਾਂਡ ਹੈ, 10-15 ਸਾਲ ਤੋਂ ਮੁੱਦਾ ਲਟਕਦਾ ਆ ਰਿਹਾ ਹੈ ਮੈਡੀਕਲ ਕਾਲਜ ਦਾ, ਉਹ ਬਣਾ ਕੇ ਛੇਤੀ ਤੋਂ ਛੇਤੀ ਸੰਗਤ ਦੀ ਝੋਲੀ ਦੇ ਅੰਦਰ ਪਾਇਆ ਜਾਏ। ਤੇ ਇਹਨਾਂ ਸਾਰੇ ਮੁੱਦੇ ਨਾਲ ਅਸੀਂ ਸੰਗਤ ਤੋਂ ਵਿਦਾ ਲੈਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।